ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦੇ ਵਿੱਚ ਜਿਹੜਾ 1955 ਦਾ ਸੀ ਉਹਦੇ 'ਚ ਗੰਢਿਆਂ ਦਾ ਹੀ ਗੰਢੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਅਜੇ ਵੀ ਯਾਦ ਆ ਸਨ 70ਵਿਆਂ ਦੇ ਵਿੱਚ ਜਦੋਂ ਮਹਿੰਗੇ ਹੋ ਗਏ ਸੇਬਾਂ ਨਾਲੋਂ ਤੇ ਉਹਨਾਂ ਨੇ ਇੰਦਰਾ ਗਾਂਧੀ ਦੀ ਸਰਕਾਰ ਗਿਰਾ ਦਿੱਤੀ ਸੀ। ਹੁਣ ਇਹ ਜਿਹੜੇ ਵੱਡੇ ਵੱਡੇ ਬੰਦੇ ਹੋਣਗੇ ਕਾਰਪੋਰੇਟ ਘਰਾਣੇ ਹੋਣਗੇ ਉਹਨਾਂ ਨੂੰ ਹਰ ਕਿਸਮ ਦੀ ਕਮੋਡਿਟੀ ਨੂੰ ਵੱਡੇ ਮੁਨਾਫੇ ਕਮਾਉਣ ਲਈ ਇੱਕ ਐਲਬਾਈ ਉਹਨਾਂ ਨੂੰ ਦੇ ਦਿੱਤੀ ਹੈ, ਇੱਕ ਰਾਹ ਖੋਲ ਦਿੱਤਾ। ਰੌਲਾ ਰਾਲਾ ਪੈ ਗਿਆ, ਉਹ ਗੱਲ ਨਹੀਂ ਹੋਈ। ਹੁਣ ਉਹਨਾਂ ਕਮੇਟੀ ਦੀਆਂ ਰეკਮੈਂਡੇਸ਼ਨਾਂ ਦੇ ਆਧਾਰ ਦੇ ਉੱਤੇ ਇੱਕ ਇਹ ਐਕਟ ਵੀ ਆ ਗਿਆ ਕਿ ਜਿਹੜੀ ਖਰੀਦੋ ਫਰੋਖਤ ਆ ਉਹ ਪ੍ਰਾਈਵੇਟ ਅਦਾਰੇ ਵਾਲੇ ਕਰਨਗੇ, ਈ ਕਮਰਸ ਹੋਊਗਾ, ਫਲਾਨਾ ਟਮਾਣਾ, ਗਲੋਬਲੀ ਤੁਸੀਂ ਜਿੱਥੇ ਮਰਜ਼ੀ ਆਪਣੀਆਂ ਚੀਜ਼ਾਂ ਵੇਚ ਸਕੋ। ਪਰ ਸਰਕਾਰ ਪੂਰੀ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ ਕਿ ਜੇ ਤੁਹਾਡੀ ਜਿਣਸ ਨਹੀਂ ਵਿਕਦੀ ਤੇ ਅਸੀਂ ਖਰੀਦਾਂਗੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੋਊਗੀ। ਹੁਣੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਜਿਹੜੀ ਹਾਲਾਤ ਆ ਉਹ ਬਦਲ ਜਾਊਗੀ, ਕਿਉਂਕਿ ਇੱਕ ਆਉਣ ਵਾਲੇ ਸਾਲ ਦੇ ਵਿੱਚ ਕੀ ਫਸਲ ਦਾ ਭਾਅ ਮੰਡੀ ਕੱਢੂਗੀ, ਗਲੋਬਲ ਮਾਰਕੀਟ ਦੇ ਵਿੱਚ ਕੀ ਉਤਾਰ ਚੜਾਅ ਹੋਣਗੇ, ਕਿਸਾਨ ਕਿੱਥੋਂ ਉਹਦੇ ਮੁਕਾਬਲਾ ਕਰ ਪਾਉਣਗੇ। ਕਿਸਾਨ ਕੀ ਅਸਲ ਦੇ ਵਿੱਚ ਚਾਹੁੰਦਾ ਹੈ ਕਿ ਇੱਕ ਰਾਸ਼ਟਰ ਇੱਕ ਮਾਰਕੀਟ ਹੋਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪ ਵੇਖਦੇ ਸੀ ਕਿ ਪੰਜਾਬ ਦਾ ਕਿਸਾਨ ਆਪ ਚਾਹੁੰਦਾ ਸੀ ਕਿ ਜੀ ਉਹ ਸਰਹੱਦ ਟੱਪ ਕੇ ਹਰਿਆਣੇ 'ਚ ਆ ਕੇ ਆਪਣੀ ਫਸਲ ਵੇਚੇ, ਉੱਥੇ ਉਹਨੂੰ ਭਾਅ ਵੀ ਚੰਗਾ ਮਿਲਦਾ ਸੀ। ਜਿਹੜਾ ਇੱਕ ਇੱਕ ਦਾ ਰੌਲਾ ਪਾਉਂਦੇ ਆ ਨਾ, ਇੱਕ ਨਿਸ਼ਾਨ, ਇੱਕ ਸੰਵਿਧਾਨ, ਇੱਕ ਜ਼ਬਾਨ, ਹਿੰਦੀ ਹਿੰਦੁਸਤਾਨ, ਇਹੋ ਜਿਹੇ ਜਿਹੜੇ ਨਾਰੇ ਇੱਥੇ ਦੇਸ਼ 'ਚ ਲਗਾਤਾਰ ਲੱਗ ਰਹੇ ਆ, ਇਹ ਸਵਾਏ ਇੱਕ ਹਿੰਦੂ ਰਾਸ਼ਟਰ ਦੇ ਅੰਦਰੋਂ ਅੰਦਰੀ ਤਿਆਰੀ ਤੋਂ ਹੋਰ ਕੁਛ ਨਹੀਂ ਹੈ। ਸਟੇਟ ਦੇ ਸੰਦਰਭ ਤੋਂ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ, ਕਿਸਾਨਾਂ ਦੇ ਲਈ ਐਮਐਸਪੀ ਦੇ ਵਾਧੇ ਦੀ ਗੱਲ ਕਰ ਲਿੱਤੀ ਜਾਏ ਜਾਂ ਉਹਨਾਂ ਦੀ ਹੋਰ ਹੱਕੀ ਮੰਗਾਂ ਦੀ, ਉਸ ਦੇ ਵਿੱਚ ਬਦਲਾਅ ਹੁੰਦਾ ਹੋਇਆ ਨਜ਼ਰ ਤਾਂ ਆਇਆ ਨਹੀਂ। ਉਹੀ ਰੋਣਾ ਅੱਜ ਵੀ ਕਿਸਾਨ ਰੋ ਰਹੇ ਨੇ, ਸਰਕਾਰ ਭਾਵੇਂ ਬਦਲ ਗਈ ਹੋਏ, ਕੈਪਟਨ ਸਾਹਿਬ ਬੈਠੇ ਨੇ। ਹਾਲਾਤ ਇਹ ਬਣ ਗਈ ਆ ਕਿ ਸਾਰੀਆਂ ਪਾਰਟੀਆਂ ਡਰੀਆਂ ਆ ਔਰ ਕਿਸਾਨਾਂ ਦੇ ਪਿੱਛੇ ਲੱਗ ਗਈਆਂ। ਅਕਾਲੀ ਦਲ ਜਿਹੜਾ ਚਿੱਠੀਆਂ ਲਿਆ ਕੇ ਦਿੱਲੀ ਤੋਂ ਇਹ ਦਿਖਾਉਂਦਾ ਸੀਗਾ, ਤੋਮਰ ਤੋਂ, ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਹੈਗੇ, ਕਿ ਆਹ ਦੇਖੋ ਇਹਦੇ 'ਚ ਤੇ ਲਿਖਿਆ ਅਸੀਂ ਐਮਐਸਪੀ ਖਤਮ ਨਹੀਂ ਕਰ ਰਹੇ, ਅਸੀਂ ਖਰੀਦਾਂਗੇ, ਤੁਸੀਂ ਡਰੋ ਨਾ, ਇਹ ਬਿਲਕੁਲ ਕਾਨੂੰਨ ਠੀਕ ਹੈ। ਅਖੀਰ 'ਚ ਉਹਨਾਂ ਨੂੰ ਵੀ ਇਸ ਗੱਲ ਤੇ ਆ ਗਿਆ ਕਿ ਇਹ ਕਾਨੂੰਨ ਗਲਤ ਆ। ਪਾਰਲੀਮੈਂਟ ਤੋਂ ਬਾਅਦ ਕਿਸਾਨਾਂ ਦੇ ਕੋਲ ਕਾਨੂੰਨੀ ਕੋਈ ਰਸਤਾ ਬਚ ਸਕਦਾ ਹੈ ਜਾਂ ਕਿਸਾਨ ਕੋਈ ਕਾਨੂੰਨੀ ਰਸਤਾ ਅਪਣਾ ਸਕਦੇ ਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਆਪਣੀ ਕਾਰਵਾਈ ਨੂੰ ਅੱਗੇ ਵਧਾਉਣ ਦੇ ਲਈ? ਬਹੁਤ ਮੁਸ਼ਕਲ ਹੁੰਦਾ। ਸਮੇਧ ਸੈਣੀ ਦਾ ਕੇਸ 29 ਸਾਲ ਤੋਂ ਚੱਲ ਰਿਹਾ। ਸਰਕਾਰ ਜਿਹੜੀ ਚੀਜ਼ ਨੂੰ ਪਾਰਲੀਮੈਂਟ 'ਚ ਪਾਸ ਕਰ ਦਿੰਦੀ ਆ, ਉਹਨੂੰ ਚੁਣੌਤੀ ਦੇਣੀ ਉਹ ਕਿਸੇ ਐਸ ਬੇਸ ਤੇ ਦਿੱਤੀ ਜਾ ਸਕਦੀ ਆ ਕਿ ਤੁਸੀਂ ਫੈਡਰਲ ਢਾਂਚੇ ਦੇ ਵਿੱਚ ਇੰਟਰਵੈਂਸ਼ਨ ਹੈਗੀ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਿਆਏ ਗਏ ਅਜਿਹੇ 3 ਕਾਨੂੰਨ ਜਿਸ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਤੇ ਕਿਹਾ ਜਾਂਦਾ ਹੈ ਕਿ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਖੇਤੀਬਾੜੀ ਖਿੱਤੇ ਨੂੰ ਇੱਕ ਵੱਡਾ ਝਟਕਾ ਲੱਗੇ। ਕਿਸਾਨ ਇਸ ਪੂਰੇ ਮੁੱਦੇ ਨੂੰ ਲੈ ਕੇ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ। ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ ਤਾਂ ਸੰਸਦ ਦੇ ਵਿੱਚ ਕਿਸਾਨ ਵਿਰੋਧੀ ਬਿੱਲ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਾਲਾ ਕਾਨੂੰਨ ਹੈਗਾ ਕਿਸਾਨਾਂ ਦੇ ਲਈ। ਕੇਂਦਰ ਸਰਕਾਰ ਭਾਵੇਂ ਕਵੇ ਕਿ ਅਸੀਂ ਅਮੈਂਡਮੈਂਟ ਕੀਤੀ ਹੈ, ਕਿਸਾਨਾਂ ਦੇ ਹਿੱਤਾਂ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਇਹ 3 ਕਾਨੂੰਨ ਕਿਸਾਨਾਂ ਦੀ ਜ਼ਿੰਦਗੀ ਬਦਲ ਸਕਦੇ ਨੇ ਅਤੇ ਉਹਨਾਂ ਦੇ ਲਈ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਨੇ। ਲੇਕਿਨ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜੇ ਸਾਡੇ ਤੋਂ ਤਾਂ ਗੱਲਬਾਤ ਕੀਤੀ ਹੀ ਨਹੀਂ ਗਈ। ਵੱਖ-ਵੱਖ ਪਾਰਟੀਆਂ ਨੇ ਆਪਣੇ ਤਰਕ ਤਾਂ ਰੱਖੇ, ਲੇਕਿਨ ਹੁਣ ਖੁੱਲ੍ਹ ਕੇ ਜਿਸ ਵੇਲੇ ਸਾਹਮਣੇ ਆਉਣ ਦਾ ਸਮਾਂ ਸੀਗਾ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ, ਉਸ ਵੇਲੇ ਕੁਝ ਪਾਰਟੀਆਂ ਤਾਂ ਸਾਹਮਣੇ ਆਈਆਂ ਨਹੀਂ, ਲੇਕਿਨ ਹੁਣ ਜਿਸ ਵੇਲੇ ਬਿੱਲ ਪਾਸ ਹੋ ਰਿਹਾ, ਸੜਕਾਂ ਦੇ ਉੱਤੇ ਕਿਸਾਨ ਉਤਰੇ ਹੋਏ ਨੇ। ਬਿੱਲ ਹੈ ਕਿ ਫਾਰਮਰ ਇੰਪਰੂਵਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮਰ ਸਰਵਿਸਿਜ਼। ਜੋ ਇਹ ਅਮੈਂਡਮੈਂਟ ਕੀਤੀ ਗਈ ਹੈ ਬਿੱਲ ਦੇ ਵਿੱਚ, ਜਿੱਥੇ ਅਸੀਂ ਗੱਲ ਕਰਦੇ ਹਾਂ ਅਮੈਂਡਮੈਂਟ ਦੀ, ਤਾਂ ਜੋ ਸੋਧ ਕੀਤਾ ਗਿਆ, ਇਸ ਸੋਧ ਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਣ ਦੇ ਲਈ ਸਾਡੇ ਨਾਲ ਇਸ ਵੇਲੇ ਪੰਜਾਬ ਤੋਂ ਖਾਸ ਸ਼ਖਸੀਅਤ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜੇ ਹੋਏ ਨੇ। ਅਕਸਰ ਤੁਸੀਂ ਉਹਨਾਂ ਨੂੰ ਵੱਖ-ਵੱਖ ਟੈਲੀਵਿਜ਼ਨ ਸ਼ੋਅ ਦੇ ਵਿੱਚ, ਡਿਬੇਟ ਸ਼ੋਅ ਦੇ ਉੱਤੇ ਸੁਣਦੇ ਹੋ। ਅੱਜ ਅਕਾਲ ਚੈਨਲ ਦੇ ਨਾਲ ਉਹ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਅਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਇਹ ਗੱਲ ਕਹਿ ਦਿੱਤੀ ਕਿ ਜੀ ਭਾਰਤ ਨੂੰ ਅੰਨ ਦੇਣ ਵਾਲਾ ਕਿਸਾਨ, ਪੰਜਾਬ ਦਾ ਕਿਸਾਨ ਸੜਕਾਂ ਦੇ ਉੱਤੇ ਨਾ ਰੁਲੇ, ਉਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ, ਅਸੀਂ ਹੱਲਾ ਬੋਲੀਏ। ਇਹ ਹੱਲਾ ਕਿਸ ਤਰੀਕੇ ਦਾ ਹੋ ਸਕਦਾ ਹੈ ਤਾਂ ਸਿਆਸਤਦਾਨ ਹੀ ਜਾਣਨ, ਲੇਕਿਨ ਕਿਸਾਨਾਂ ਦੇ ਲਈ ਕਿਹੋ ਜਿਹੀ ਮਾਰ ਹੋ ਸਕਦੀ ਹੈ ਇਹ ਕਾਨੂੰਨ ਜਿਸ ਨੂੰ ਕਿਸਾਨ ਕਹਿੰਦੇ ਨੇ ਕਾਲਾ ਕਾਨੂੰਨ?
ਅਮਨਦੀਪ ਜੀ, ਇਸ ਮੈਨੂੰ ਇਹ ਲੱਗਦਾ ਮੋਟੇ ਤੌਰ ਦੇ ਉੱਤੇ ਕਿ ਤਿੰਨ ਜਿਹੜੇ ਐਕਟ ਹੈਗੇ ਆ, ਇੱਕ ਤੇ ਉਹਨਾਂ ਨੇ ਹੋਰਡਿੰਗ ਦਾ ਐਕਟ ਬਣਾ ਦਿੱਤਾ ਕਿ ਪਹਿਲਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦੇ ਵਿੱਚ ਜਿਹੜਾ 1955 ਦਾ ਸੀ, ਉਹਦੇ 'ਚ ਜਿਹੜੀਆਂ ਇਹੋ ਜਿਹੀਆਂ ਬੇਸਿਕ ਚੀਜ਼ਾਂ, ਜਿਸ ਤਰ੍ਹਾਂ ਕਈ ਵਾਰੀ ਗੰਢਿਆਂ ਦਾ ਹੀ ਗੰਢੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਅਜੇ ਵੀ ਯਾਦ ਆ ਸਨ 70ਵਿਆਂ ਦੇ ਵਿੱਚ ਜਦੋਂ ਮਹਿੰਗੇ ਹੋ ਗਏ ਸੇਬਾਂ ਨਾਲੋਂ, ਤੇ ਉਹਨਾਂ ਨੇ ਇੰਦਰਾ ਗਾਂਧੀ ਦੀ ਸਰਕਾਰ ਗਿਰਾ ਦਿੱਤੀ ਸੀਗੀ। ਜਿਸ ਤਰ੍ਹਾਂ ਅਸੈਂਸ਼ੀਅਲ ਕਮੋਡਿਟੀਜ਼ ਐਕਟ ਦਾ ਮਤਲਬ ਸੀ ਕਿ ਜੇ ਹੋਰਡਿੰਗ ਨਹੀਂ ਤੁਸੀਂ ਕਰ ਸਕਦੇ, ਜ਼ਖੀਰੇਬਾਜ਼ੀ ਨਹੀਂ ਕਰ ਸਕਦੇ, ਤੇ ਉਸ ਦੇ ਵਿਰੁੱਧ ਇਹ ਐਕਟ ਬਹੁਤ ਪੁਰਾਣਾ ਸੀ। ਉਹਨੂੰ ਇਹ ਖਤਮ ਕਰਕੇ ਹੁਣ ਇਹ ਜਿਹੜੇ ਵੱਡੇ ਵੱਡੇ ਬੰਦੇ ਹੋਣਗੇ, ਕਾਰਪੋਰੇਟ ਘਰਾਣੇ ਹੋਣਗੇ, ਉਹਨਾਂ ਨੂੰ ਹਰ ਕਿਸਮ ਦੀ ਕਮੋਡਿਟੀ ਨੂੰ ਕੋਈ ਵੀ ਜਿਹੜੀ ਕਿਸਾਨਾਂ ਦੀ ਜਿਣਸ ਹੋਊਗੀ ਉਹਨੂੰ ਵੱਡੇ ਪੱਧਰ ਤੇ ਹੋਰਡਿੰਗ ਕਰਕੇ ਪ੍ਰਾਈਸ ਜਿਹੜੀਆਂ ਗਲੋਬਲ ਪ੍ਰਾਈਸ ਦੇਖਿਆ ਕਰਨਗੇ, ਲੋਕਲ ਡਿਮਾਂਡ ਦੇਖਿਆ ਕਰਨਗੇ, ਤੇ ਆਪਣੇ ਵੱਡੇ ਮੁਨਾਫੇ ਕਮਾਉਣ ਲਈ ਇੱਕ ਐਲਬਾਈ ਉਹਨਾਂ ਨੂੰ ਦੇ ਦਿੱਤੀ ਹੈ, ਇੱਕ ਰਾਹ ਖੋਲ ਦਿੱਤਾ। ਦੂਸਰੇ ਦੋ ਐਕਟ ਆ, ਇੱਕ ਵਿੱਚ ਤੇ ਉਹ ਕਹਿੰਦੇ ਆ ਕਿ FCI ਨੂੰ ਸ਼ਾਂਤਾ ਕੁਮਾਰ ਨੇ ਇੱਕ ਬਹੁਤ ਦੇਰ ਪਹਿਲਾਂ, ਇਹਨਾਂ ਨੇ 4-5 ਸਾਲ ਪਹਿਲਾਂ ਜਿਹੜੇ ਇਹਨਾਂ ਦੇ BJP ਦੇ ਹੀ MP ਰਹੇ ਆ, ਚੀਫ ਮਿਨਿਸਟਰ ਵੀ ਰਹੇ ਹਿਮਾਚਲ ਦੇ, ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਤੇ ਉਹਨੇ ਕਿਹਾ ਸੀਗਾ ਉਸ ਕਮੇਟੀ ਨੇ ਕਿ ਜਿਹੜਾ FCI ਆ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਉਹਨਾਂ ਨੂੰ ਹੁਣ ਬੱਸ ਹੋ ਗਈ ਆ, ਉਹ ਹੁਣ ਅਨਾਜ ਨਹੀਂ ਖਰੀਦਣਗੇ। ਕਾਰਨ ਉਹਦਾ ਇਹ ਹੈਗਾ ਕਿ ਅਨਾਜ ਦੇ ਭੰਡਾਰ ਸਰਕਾਰ ਕੋਲ ਇੰਨੇ ਕੁ ਹੋਣ ਲੱਗ ਪਏ ਆ, ਦੂਜਿਆਂ ਸੂਬਿਆਂ 'ਚ ਵੀ ਅਨਾਜ ਪੈਦਾ ਹੋਣ ਲੱਗ ਪਿਆ, ਮੱਧ ਪ੍ਰਦੇਸ਼, UP, ਪੱਛਮੀ UP, ਹਰਿਆਣਾ, ਕਿ ਪੰਜਾਬ ਦੇ ਅਨਾਜ ਦੀ ਸਾਨੂੰ ਕੋਈ ਹੁਣ ਬਹੁਤੀ ਲੋੜ ਨਹੀਂ ਹੈ। ਇਸ ਲਈ FCI ਜਿਹੜਾ ਇਹਨਾਂ ਤੁਹਾਨੂੰ ਐਡਵਾਂਸ ਪੈਸਾ ਦੇ ਕੇ ਚੀਜ਼ਾਂ ਖਰੀਦਦੀ ਹੈਗੀ ਹੈ, CC ਲਿਮਿਟ ਜਿਹਨੂੰ ਕਹਿੰਦੇ ਆ, ਉਹਦੀ ਸਾਨੂੰ ਹੁਣ ਲੋੜ ਨਹੀਂ ਹੈਗੀ। ਇਸ ਲਈ ਉਦੋਂ ਤੇ ਰੌਲਾ ਰਾਲਾ ਪੈ ਗਿਆ, ਉਹ ਗੱਲ ਨਹੀਂ ਹੋਈ। ਹੁਣ ਉਹਨਾਂ ਕਮੇਟੀ ਦੀਆਂ ਰეკਮੈਂਡੇਸ਼ਨਾਂ ਦੇ ਆਧਾਰ ਦੇ ਉੱਤੇ ਇੱਕ ਇਹ ਐਕਟ ਵੀ ਆ ਗਿਆ ਕਿ ਜਿਹੜੀ ਖਰੀਦੋ ਫਰੋਖਤ ਆ ਉਹ ਪ੍ਰਾਈਵੇਟ ਅਦਾਰੇ ਵਾਲੇ ਕਰਨਗੇ, ਈ-ਕਮਰਸ ਹੋਊਗਾ, ਫਲਾਨਾ ਟਮਾਣਾ, ਗਲੋਬਲੀ ਤੁਸੀਂ ਜਿੱਥੇ ਮਰਜ਼ੀ ਆਪਣੀਆਂ ਚੀਜ਼ਾਂ ਵੇਚ ਸਕੋ। ਪਰ ਸਰਕਾਰ ਪੂਰੀ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ ਕਿ ਜੇ ਤੁਹਾਡੀ ਜਿਣਸ ਨਹੀਂ ਵਿਕਦੀ ਤੇ ਅਸੀਂ ਖਰੀਦਾਂਗੇ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੋਊਗੀ। ਜਿਹੜੀ ਨਿਊਨਤਮ ਸਪੋਰਟ ਪ੍ਰਾਈਸ ਆ, ਘੱਟੋ ਘੱਟ ਵਾਲੀ ਜਿਹੜੀ ਪ੍ਰਾਈਸ ਸਰਕਾਰ ਤੈਅ ਕਰਦੀ ਆ ਹਰ ਸਾਲ, ਅਮਨ ਜੀ, ਉਹਦੇ ਤੇ ਅੱਜ ਦੀ ਡੇਟ ਦੇ ਵਿੱਚ ਇਹ ਕੰਟਰੈਕਟ ਫਾਰਮਿੰਗ ਸਰਕਾਰ ਦੇ ਬਿਹਾਫ ਤੇ ਚੱਲ ਰਹੀ ਹੈ। ਸਰਕਾਰ ਇੰਨੀ ਤੇ ਗਰੰਟੀ ਕਰਦੀ ਹੈ ਨਾ ਕਿ ਜੋ ਭਾਅ ਪਿਛਲੇ ਸਾਲ ਸੀ, ਭਾਵੇਂ ਉਹ ਕਣਕ ਦਾ, ਨਰਮੇ ਦਾ, ਝੋਨੇ ਦਾ, ਘੱਟੋ ਘੱਟ ਉਹਨਾਂ ਮਿਲੂਗਾ। ਜੇ ਵੱਧ ਨਹੀਂ ਮਿਲੂ ਤਾਂ ਘੱਟੋ ਘੱਟ ਉਹਨਾਂ ਮਿਲੂਗਾ। ਤੁਸੀਂ ਬੀਜਣਾ ਤੇ ਬੀਜੋ, ਨਹੀਂ ਬੀਜਣਾ ਤੇ ਨਾ ਬੀਜੋ। ਹੁਣੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਜਿਹੜੀ ਹਾਲਾਤ ਆ ਉਹ ਬਦਲ ਜਾਊਗੀ, ਕਿਉਂਕਿ ਇੱਕ ਆਉਣ ਵਾਲੇ ਸਾਲ ਦੇ ਵਿੱਚ ਕੀ ਫਸਲ ਦਾ ਭਾਅ ਮੰਡੀ ਕੱਢੂਗੀ, ਗਲੋਬਲ ਮਾਰਕੀਟ ਦੇ ਵਿੱਚ ਕੀ ਉਤਾਰ ਚੜਾਅ ਹੋਣਗੇ, ਕਿਸਾਨ ਕਿੱਥੋਂ ਉਹ ਤੇ ਮੁਕਾਬਲਾ ਕਰ ਪਾਉਣਗੇ। ਉਹਨਾਂ ਨੂੰ ਡਰ ਇਹ ਲੱਗ ਰਿਹਾ ਕਿ ਸਾਨੂੰ ਜਿਹੜੀ ਮੰਡੀ, ਜਿਹੜੀ ਗਲੋਬਲ ਮੰਡੀ ਹੈ, ਦੁਨੀਆ ਦੀ ਮੰਡੀ ਆ, ਉਹਦੇ ਬਘਿਆੜ ਵਰਗੇ ਮੂੰਹ ਦੇ ਵਿੱਚ ਕਿਸਾਨੀ ਨੂੰ ਸੁੱਟਿਆ ਜਾ ਰਿਹਾ, ਜਿਹੜੀ ਕਿ ਖਾ ਜੂਗੀ, ਖਤਮ ਕਰ ਦੂਗੀ। ਜ਼ਮੀਨਾਂ ਵੀ ਉਹਨਾਂ ਦੀਆਂ ਵਿਕ ਜਾਣਗੀਆਂ, ਤੇ ਉਹਨਾਂ ਜ਼ਮੀਨਾਂ ਦੇ ਉੱਤੇ ਜਿੱਥੇ ਅੱਜ ਮਾਲਕ ਬਣ ਕੇ ਜ਼ਿਮੀਂਦਾਰ ਕੰਮ ਕਰਦੇ ਆ, ਉਹ ਮੁਜ਼ਾਹਰਿਆਂ ਦੇ ਤੌਰ ਤੇ ਕੰਮ ਕਰਨਗੇ ਜਾਂ ਮਜ਼ਦੂਰਾਂ ਦੇ ਤੌਰ ਤੇ ਕੰਮ ਕਰਨਗੇ। ਇੱਕ ਇਹ ਖਤਰਾ। ਦੂਜਾ, ਉਹਨਾਂ ਨੇ ਕੰਟਰੈਕਟ ਫਾਰਮਿੰਗ ਦਾ ਜਿਹੜਾ ਜਾਨੀ ਤੀਜਾ ਸੰਵਿਧਾਨ ਹੈਗਾ, ਤੀਜਾ ਜਿਹੜਾ ਬਿੱਲ ਲੈ ਕੇ ਆ ਰਹੇ, ਉਹਦੇ ਵਿੱਚ ਵੱਡੇ ਵੱਡੇ ਬੰਦੇ ਕੰਟਰੈਕਟ ਦੇ ਉੱਤੇ ਕਰਨਗੇ। ਜਦੋਂ ਕੰਟਰੈਕਟ ਤੁਸੀਂ ਸਾਈਨ ਕਰ ਲਓਗੇ ਤਾਂ ਫਿਰ ਉਹਦੀ ਹਰ ਸਾਈਨ ਦੇ ਮੁਤਾਬਕ ਤੁਹਾਨੂੰ ਚੱਲਣਾ ਪਊਗਾ। ਜੇ ਤੁਸੀਂ ਲੇਟ ਲੈ ਕੇ ਆਉਂਦੇ ਆਪਣੀ ਉਪਜ ਨੂੰ, ਤਾਂ ਫਿਰ ਉਹ ਕਹਿ ਦੂਗਾ ਦੇਖੋ ਜੀ ਤੁਸੀਂ ਤਾਂ 5 ਦਿਨ ਲੇਟ ਲੈ ਕੇ ਆਏ। ਹੁਣ ਬਾਰਿਸ਼ਾਂ ਦਾ ਕੋਈ ਨਹੀਂ ਪਤਾ ਹੁੰਦਾ, ਮੌਸਮ ਦਾ ਕੋਈ ਨਹੀਂ ਪਤਾ ਹੁੰਦਾ। ਇਹ ਫੈਕਟਰੀ ਦੀ ਪ੍ਰੋਡਕਸ਼ਨ ਨਹੀਂ ਹੈ, ਇਹ ਕੋਈ ਆਟੋਮੋਬਾਈਲ ਦੀ ਪ੍ਰੋਡਕਸ਼ਨ ਥੋੜੀ ਹੈ ਕਿ ਜਸਟ ਇਨ ਟਾਈਮ ਅਸੀਂ ਤੁਹਾਨੂੰ ਡਿਲੀਵਰ ਕਰਾਂਗੇ, ਨਹੀਂ ਤੇ ਸਾਡਾ ਕੰਟਰੈਕਟ ਵਾਇਲੇਟ ਹੋ ਗਿਆ। ਉਹ ਕਦੀ ਤੇ ਦੇਖੋ ਜੀ, ਇੱਕ ਫਸਲ ਜੋ ਅਸੀਂ ਗ੍ਰੇਡ ਤੁਹਾਡੇ ਨਾਲ ਤੈਅ ਕੀਤਾ ਸੀਗਾ, ਆਲੂ ਦਾ ਸਾਈਜ਼ ਉਹ ਨਹੀਂ ਹੈ, ਕਣਕ ਥੋੜੀ ਜਿਹੀ ਕਾਲੀ ਹੋ ਗਈ ਹੈ, ਕਪਾਹ ਦਾ ਰੰਗ ਜਿਹੜਾ ਥੋੜਾ ਪੀਲਾ ਪੈ ਗਿਆ, ਇਹੋ ਜਿਹੀਆਂ ਆਨੇ ਬਹਾਨੇ ਕਰਕੇ ਕਿਆ ਕਰਨਗੇ, ਅਸੀਂ ਨਹੀਂ ਖਰੀਦਣਾ, ਚੱਕ ਲਓ, ਜੇ ਦੇਣਾ ਤੇ ਅੱਧੇ ਪਾ ਤੇ ਦਿਓ। ਇਸ ਗੱਲ ਦੇ ਖਦਸ਼ੇ ਹੈਗੇ ਸਾਰੇ ਇੱਥੇ ਇੰਡੀਆ ਦੇ ਵਿੱਚ। ਇਸ ਲਈ ਕਿਸਾਨੀ ਜਿਹੜੀ ਆ ਉਹ ਬੜੀ ਹੁਣ ਪਰੇਸ਼ਾਨ ਬੈਠੀ ਹੈ। ਪਹਿਲਾਂ ਇਹੋ ਜਿਹੇ ਤਜਰਬੇ ਪੰਜਾਬ ਦੇ ਵਿੱਚ ਹੋ ਚੁੱਕੇ ਆ। ਪੈਪਸੀ ਵਾਲਿਆਂ ਨੇ ਇੱਥੇ ਚਿਪਸ ਬਣਾਉਣੇ ਸ਼ੁਰੂ ਕੀਤੇ ਸੀ, ਫੇਲ ਹੋ ਗਏ। ਮੈਂਥਾ, ਉਹਦਾ ਆਇਲ ਕੱਢਣਾ ਜਿਹੜਾ ਪੁਦੀਨਾ ਹੁੰਦਾ, ਉਹਦਾ ਕੰਮ ਚੱਲਿਆ ਸੀ, ਉਹ ਫੇਲ ਹੋ ਗਿਆ, ਕੁਛ ਨਹੀਂ ਚੱਲਿਆ। ਇੱਥੇ ਕਈ ਕੁਝ ਕੋਸ਼ਿਸ਼ਾਂ ਪਹਿਲਾਂ ਇਹੋ ਜਿਹੀਆਂ ਹੋ ਚੁੱਕੀਆਂ, ਉਹ ਕਿਸਾਨਾਂ ਨੂੰ ਵਾਰਾ ਨਹੀਂ ਖਾਦਾ। ਹੁਣ ਉਹ ਇਸ ਗੱਲ ਦੇ ਉੱਤੇ ਡਰ ਕੇ, ਕੁਛ ਡਰ ਚੋਂ, ਕੁਛ ਆਪਣੇ ਕਾਲੇ ਭਵਿੱਖ ਚੋਂ ਪਹਿਲਾਂ ਹੀ ਦੱਬੇ ਪਏ, ਕਰਜ਼ਿਆਂ ਥੱਲੇ ਕਿਸਾਨ ਦੱਬੇ ਪਏ, ਜਿਨ੍ਹਾਂ ਕੋਲ ਕੁਛ ਵੀ ਹੋਰ ਬਰਦਾਸ਼ਤ ਕਰਨ ਦਾ ਮਾਰਜਨ ਨਹੀਂ ਹੈ, ਗੁੰਜਾਇਸ਼ ਨਹੀਂ ਹੈਗੀ। ਪਰ ਜੇ ਤੁਸੀਂ ਇਹੋ ਜਿਹੇ ਉਹਨਾਂ ਦੀ ਮਦਦ ਕਰਨ ਦੀ ਜਗ੍ਹਾ, ਕਰੋਨਾ ਦੇ ਦਿਨਾਂ ਦੇ ਹਾਲਾਤ ਵਿੱਚ ਸਾਰੀ ਦੁਨੀਆ ਦੀਆਂ ਸਰਕਾਰਾਂ ਨੇ ਸਾਰੇ ਆਪਣੇ ਲੋਕਾਂ ਨੂੰ, ਮਜ਼ਦੂਰਾਂ ਨੂੰ, ਅੰਪਲਾਈ ਨੂੰ, ਕਿਸਾਨਾਂ ਨੂੰ ਮਦਦ ਦਿੱਤੀ ਹੈ। ਇੱਥੇ ਨਵਾਂ ਕੰਮ ਸ਼ੁਰੂ ਕਰਕੇ
ਅੱਜ ਪਾਰਲੀਮੈਂਟ ਦੇ ਅੰਦਰ ਜਿਹੜੇ ਦੋਵੇਂ ਬਾਕੀ ਦੇ ਕਾਨੂੰਨ ਹੈਗੇ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਸੀ ਉਹ ਲਿਆਂਦੇ ਜਾ ਰਹੇ ਆ ਲੋਕ ਸਭਾ ਦੇ ਵਿੱਚ, ਔਰ ਸ਼ਾਮ ਤੱਕ ਪਤਾ ਲੱਗ ਜੂਗਾ ਕਿ ਉੱਥੇ ਕੀ ਰੌਲਾ ਰੱਪਾ ਪੈਂਦਾ ਆ। ਹਾਂਜੀ, ਕੇਂਦਰ ਸਰਕਾਰ ਨੇ ਕੋਸ਼ਿਸ਼ ਜੋ ਆਪਣੀ ਕੀਤੀ ਅਤੇ ਕਿਸਾਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਇੱਕ ਰਾਸ਼ਟਰ ਅਤੇ ਇੱਕ ਮਾਰਕੀਟ ਦੇ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਇੱਕ ਭਵਿੱਖ ਨੂੰ ਵੇਖਦਿਆਂ ਹੋਇਆਂ ਕਿਸਾਨਾਂ ਦੇ ਲਈ ਇਹ ਕਾਰਜ ਕਰ ਰਹੇ ਹਾਂ। ਲੇਕਿਨ ਕਿਸਾਨ ਕੀ ਅਸਲ ਦੇ ਵਿੱਚ ਚਾਹੁੰਦਾ ਹੈ ਕਿ ਇੱਕ ਰਾਸ਼ਟਰ ਇੱਕ ਮਾਰਕੀਟ ਹੋਏ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪ ਵੇਖਦੇ ਸੀ ਕਿ ਪੰਜਾਬ ਦਾ ਕਿਸਾਨ ਆਪ ਚਾਹੁੰਦਾ ਸੀ ਕਿ ਜੀ ਉਹ ਸਰਹੱਦ ਟੱਪ ਕੇ ਹਰਿਆਣੇ 'ਚ ਆ ਕੇ ਆਪਣੀ ਫਸਲ ਵੇਚੇ, ਉੱਥੇ ਉਹਨੂੰ ਭਾਅ ਵੀ ਚੰਗਾ ਮਿਲਦਾ ਸੀ। ਲੇਕਿਨ ਹੁਣ ਕੇਂਦਰ ਸਰਕਾਰ ਜੇ ਅਜਿਹੀ ਸਹੂਲਤ ਦੇਣ ਨੂੰ ਤਿਆਰ ਹੈ ਤਾਂ ਫਿਰ ਵੀ ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਤੇ ਨੇ। ਇਸ ਦੇ ਵਿੱਚ ਅਸੀਂ ਕੀ ਸਮਝੀਏ? ਜਿਹੜਾ ਇੱਕ ਇੱਕ ਦਾ ਰੌਲਾ ਪਾਉਂਦੇ ਆ ਨਾ, ਇੱਕ ਨਿਸ਼ਾਨ, ਇੱਕ ਸੰਵਿਧਾਨ, ਇੱਕ ਜ਼ਬਾਨ, ਹਿੰਦੀ ਹਿੰਦੁਸਤਾਨ, ਇਹੋ ਜਿਹੇ ਜਿਹੜੇ ਨਾਰੇ ਇੱਥੇ ਦੇਸ਼ 'ਚ ਲਗਾਤਾਰ ਲੱਗ ਰਹੇ ਆ, ਇਹ ਸਵਾਏ ਇੱਕ ਹਿੰਦੂ ਰਾਸ਼ਟਰ ਦੀ ਅੰਦਰੋਂ ਅੰਦਰੀ ਤਿਆਰੀ ਤੋਂ ਹੋਰ ਕੁਛ ਨਹੀਂ ਹੈ। ਇੱਕ ਇੱਕ ਦਾ ਹੁਣ ਤੁਸੀਂ ਹੁਣੀ ਦੇਖੋ ਕਿ ਇਸ ਵੇਲੇ ਹਿੰਦੀ ਦਾ ਕਦੀ ਜਿਹੜਾ 14 ਦਿਨ 2 ਹਫ਼ਤੇ ਮਨਾਉਂਦੇ ਆ, ਕਦੀ ਹਫ਼ਤਾ ਮਨਾਉਂਦੇ ਆ। ਹਰ ਸਾਲ ਮਨਾਇਆ ਜਾਂਦਾ ਹਿੰਦੀ ਦਾ ਹਫ਼ਤਾ ਕਹੋ ਜਾਂ ਪੰਦਵਾੜਾ ਕਹੋ, ਜੋ ਵੀ ਹੈ। ਉਸ ਨੂੰ ਬਾਕੀ ਭਾਸ਼ਾ ਦਾ ਕਿਉਂ ਨਹੀਂ ਬਈ? ਹਿੰਦੀ ਇੱਕ ਕਿਉਂ? ਹਿੰਦੀ ਬੋਲਣ ਵਾਲਿਆਂ ਦੀ ਭਾਸ਼ਾ ਹਿੰਦੀ ਆ, ਪੰਜਾਬੀ ਦੇ ਰੀਜਨ ਦੇ ਖੇਤਰ ਦੀ ਲੋਕਾਂ ਦੀ ਪੰਜਾਬੀ ਆ, ਅਸਾਮੀਆਂ ਵਾਲਿਆਂ ਦੀ ਅਸਾਮ ਭਾਸ਼ਾ। ਸਾਰੀਆਂ ਭਾਸ਼ਾ ਆ, ਬਰਾਬਰ ਹੈਗੀਆਂ ਆ। ਕੋਈ ਜ਼ਿਆਦਾ ਗਿਣਤੀ 'ਚ ਬੋਲੀ ਜਾਂਦੀ ਆ, ਕੋਈ ਘੱਟ ਗਿਣਤੀ 'ਚ ਬੋਲੀ ਜਾਂਦੀ। ਤੁਸੀਂ ਸਾਰਿਆਂ ਦੇ ਪੰਦਰਵਾੜੇ ਮਨਾਓ, ਤੁਸੀਂ ਇੱਕ ਦਾ ਕਿਉਂ ਮਨਾਉਂਦੇ ਆ? ਪਰ ਉਸ ਨੂੰ ਸਰਕਾਰੀ ਤੌਰ ਤੇ ਸਰਕੂਲਰ ਦੇ ਕੇ ਮਨਾਇਆ ਜਾਂਦਾ। ਮੈਂ ਤੁਹਾਨੂੰ ਗੱਲ ਇਹ ਦੱਸਣੀ ਚਾਹੁੰਦਾ, ਜਿਹੜੀ ਤੁਸੀਂ ਕਹਿ ਰਹੇ ਆ ਕਿ ਜਿਹੜੀ ਇੱਕ ਮੰਡੀ, ਇੱਕ ਜੀਐਸਟੀ ਕਹਿ ਰਹੇ ਸੀ, ਕਿੱਥੇ ਇੱਕ ਜੀਐਸਟੀ ਗਈ? ਇੱਕ ਟੈਕਸ ਕਹਿ ਰਹੇ ਸੀ ਨਾ, ਕਿੱਥੇ ਇੱਕ ਟੈਕਸ? ਜੇ ਇੱਕ ਟੈਕਸ ਹੈ ਤੇ ਕਿਉਂ ਨਹੀਂ ਉਹ ਰੀਅਲ ਸਟੇਟ ਨੂੰ ਟੈਕਸ ਲਾਉਂਦੇ? ਜੇ ਇੱਕ ਟੈਕਸ ਹੈ ਤੇ ਫਿਰ ਤੁਸੀਂ ਕਿਉਂ ਨਹੀਂ ਪੈਟਰੋਲ ਤੇ ਆਇਲ ਦੇ ਉੱਤੇ ਉਹ ਟੈਕਸ ਲਾਉਂਦੇ? ਉੱਥੇ 40% ਤੱਕ ਵੀ ਕੀਤਾ ਹੋਇਆ ਇਹਨਾਂ ਨੇ। ਇਹ ਜੋ ਹਾਲਾਤ ਅੱਜ ਬਣੇ ਆ ਸੂਬਿਆਂ ਦੇ ਵਿੱਚ, ਅੱਜ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਸ਼ੋਰ ਸ਼ਰਾਬਾ ਹੋਇਆ। ਉਹ ਕਹਿੰਦੇ ਅਸੀਂ ਤੁਹਾਨੂੰ ਜੀਐਸਟੀ ਦੇਣੀ ਨਹੀਂ, ਮਾਰਜਨ ਤੋਂ ਵਾਅਦਿਆਂ ਤੋਂ ਭੱਜ ਰਹੀ ਹੈ ਸਰਕਾਰ। ਸੂਬਿਆਂ ਨੂੰ ਹੁਣ ਵਾਪਸ ਜਿਹੜਾ ਉਹਨਾਂ ਦਾ ਟੈਕਸ ਦਾ ਡਿਊ ਬਣਦਾ ਜੀਐਸਟੀ ਤੋਂ, ਉਹ ਨਹੀਂ ਦੇ ਰਹੇ। ਮੈਂ ਮੁੱਦੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ। ਸਾਰੇ ਦੇਸ਼ ਦੇ ਵਿੱਚ ਸੂਬਿਆਂ ਨੂੰ ਕੰਗਾਲ ਕੀਤਾ ਜਾ ਰਿਹਾ, ਸੂਬਿਆਂ ਦੇ ਅਧਿਕਾਰ ਨੂੰ ਖੋਇਆ ਜਾ ਰਿਹਾ। ਔਰ ਬਾਈ ਦਾ ਵੇ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਇਹ ਕਾਨੂੰਨ ਵੀ, ਖੇਤੀ ਦੇ ਕਾਨੂੰਨ ਜਿਹੜੇ ਦਿੱਲੀ ਵੱਲੋਂ ਯੂਨੀਅਨ ਗਵਰਨਮੈਂਟ ਵੱਲੋਂ ਲਿਆ ਕੇ ਪਾਸ ਕੀਤੇ ਜਾ ਰਹੇ ਆ, ਉਹ ਬਿਲਕੁਲ ਅਣਅਧਿਕਾਰਿਤ ਆ, ਗੈਰ ਕਾਨੂੰਨੀ ਆ। ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਆ, ਉਹਨਾਂ ਦਾ ਕੋਈ ਅਧਿਕਾਰ ਹੀ ਨਹੀਂ ਇਹੋ ਜਿਹੇ ਕਾਨੂੰਨ ਬਣਾਉਣ ਦਾ। ਪਰ ਕੱਲ ਨੂੰ खुदा ना खास्ता है कॉन्ट्रैक्ट फार्मिंग इस तरह की शुरू अदानी अंबानी बड़े बड़े बंदे आके शुरू करते आ। अदानी उन्होंने ऑलरेडी अपने साइलोज एंड गोडाउन्स ਜਿਹੜੇ ਮੋਗੇ ਲਾਗੇ ਬਣਾਏ ਆ। ਇੱਥੇ ਰੇਲ ਗੱਡੀਆਂ ਉਹਨਾਂ ਦੀਆਂ ਆਉਣਗੀਆਂ, ਸਾਰਾ ਕੁਝ ਉਹ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੈਨੀਟ੍ਰੇਸ਼ਨ ਕਰਨਾ ਚਾਹੁੰਦੇ ਆ ਤਾਂ ਕਿ ਇੱਥੇ ਅਸੀਂ ਇਸ ਜਗ੍ਹਾ ਦੇ ਅਨਾਜ ਨੂੰ ਆਪਣੇ ਹੱਥਾਂ 'ਚ ਕੰਟਰੋਲ ਕਰਕੇ ਗਲੋਬਲੀ ਉਹਦਾ ਫਾਇਦਾ ਟਾਈਏ। ਤਾਂ ਇਹ ਤਿੰਨੇ ਐਕਟ ਇਕੱਠੇ, ਹੋਰਡਿੰਗ ਦਾ ਵੀ ਉਹਨਾਂ ਨੂੰ ਅਲਾਉ ਕਰਤਾ ਕਿ ਜਿੰਨਾ ਵੀ ਤੁਸੀਂ ਜ਼ਖੀਰੇਬਾਜ਼ੀ ਕਰਨੀ ਆ ਕਰ ਲਓ ਇੱਥੇ। ਇਸ ਲਈ ਇੱਕ ਜਿਹੜੀ ਨਾਲੋਂ ਨਾਲ ਗੱਲ ਹੋ ਗਈ ਹੈ ਕਿ ਸੂਬਿਆਂ ਦੇ ਜਿੱਥੇ ਕਲੈਕਟ ਕਰਦੇ ਅਧਿਕਾਰਾਂ ਦੇ ਉੱਤੇ ਵੀ ਛਾਪੇ ਵੱਜ ਰਹੇ ਆ, ਉੱਥੇ ਹੀ ਉਹਨਾਂ ਦੇ ਜਿਹੜੇ ਆਟੋਨਮਸ ਫੈਡਰਲ ਢਾਂਚੇ ਨੂੰ ਵੱਡੀ ਚੋਟ ਮਾਰੀ ਜਾ ਰਹੀ ਆ। ਹਰ ਤੀਏ ਦਿਨ ਕੋਈ ਇਹੋ ਜਿਹਾ ਕਾਨੂੰਨ ਲੈਣ ਦਾ ਜਾਂਦਾ ਜਿਹਦੇ ਨਾਲ ਸੂਬਿਆਂ ਦੇ ਅਧਿਕਾਰ ਬਿਲਕੁਲ ਥੱਲੇ ਜਾ ਰਹੇ ਆ ਔਰ ਉਹ ਇੱਕ ਸੈਂਟਰ ਦੇ ਮਜ਼ਾਰੇ ਬਣ ਕੇ ਰਹਿ ਗਏ ਆ। ਇਹ ਦੇਸ਼ ਦੇ ਵਿੱਚ ਹਾਲਾਤ ਬਣੀ ਹੋਈ ਆ। ਹਾਂਜੀ ਜੀ, ਤੁਸੀਂ ਗੱਲ ਕੀਤੀ ਕਿ ਜੀ ਐਗਰੀਕਲਚਰ ਸਟੇਟ ਦਾ ਸੂਬਾ ਹੁੰਦਾ ਨਾ ਕਿ ਕੇਂਦਰ ਦਾ। ਸਟੇਟ ਦੀ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦਾ ਕਿਸਾਨ ਤਾਂ ਵੈਸੇ ਹੀ ਰੋਣਾ ਰੋ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ, ਘੇਰਾਬੰਦੀ ਕਰਨ ਦੀ ਕੋਸ਼ਿਸ਼ ਕਰਦਾ ਸਰਕਾਰ ਦੀ। ਲੇਕਿਨ ਸਰਕਾਰ ਤਾਂ ਤਦ ਨਹੀਂ ਸੁਣਦੀ। ਤਾਂ ਪ੍ਰਾਈਵੇਟਾਈਜੇਸ਼ਨ ਜੇਕਰ ਹੁੰਦਾ ਹੈ ਤਾਂ ਉਹਨਾਂ ਨੇ ਤਾਂ ਜਾਣਨਾ ਵੀ ਨਹੀਂ ਕਿ ਕਿਸਾਨ ਕੋਈ ਚੀਜ਼ ਹੈ ਵੀ ਜਾਂ ਨਹੀਂ, ਕਿਉਂਕਿ ਪ੍ਰਾਈਵੇਟਾਈਜੇਸ਼ਨ ਨੇ ਇੱਕ ਵੱਡੀ ਮਾਰੀ ਹੈ ਭਾਰਤ ਦੀ ਇਕੋਨਮੀ ਨੂੰ, ਪੰਜਾਬ ਦੀ ਇਕੋਨਮੀ ਨੂੰ ਵੀ ਕਿਤੇ ਨਾ ਕਿਤੇ। ਅੱਜ ਅਸੀਂ ਹੁਣ ਸਟੇਟ ਦੇ ਸੰਦਰਭ ਤੋਂ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ, ਸਾਲ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਦਾ ਰੋਲਾ ਰੋ ਕੇ ਕਿ ਜੀ ਅਸੀਂ ਕਿਸਾਨਾਂ ਦੀ ਹੱਕ ਦੀ ਪਾਰਟੀ ਹਾਂ, ਕਿਸਾਨਾਂ ਦੇ ਲਈ ਪਾਰਟੀ ਕੰਮ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨੂੰ ਸਮਰਪਿਤ ਹੈ। ਕਿਸਾਨਾਂ ਦੇ ਲਈ MSP ਦੇ ਵਾਧੇ ਦੀ ਗੱਲ ਕਰ ਲਿੱਤੀ ਜਾਏ ਜਾਂ ਉਹਨਾਂ ਦੀ ਹੋਰ ਹੱਕੀ ਮੰਗਾਂ ਦੀ, ਉਸ ਦੇ ਵਿੱਚ ਬਦਲਾਵ ਹੁੰਦਾ ਹੋਇਆ ਨਜ਼ਰ ਤਾਂ ਆਇਆ ਨਹੀਂ। ਉਹੀ ਰੋਣਾ ਅੱਜ ਵੀ ਕਿਸਾਨ ਰੋ ਰਹੇ ਨੇ। ਸਰਕਾਰ ਭਾਵੇਂ ਬਦਲ ਗਈ ਹੋਏ, ਕੈਪਟਨ ਸਾਹਿਬ ਬੈਠੇ ਨੇ। ਠੀਕ ਹੈ, ਇਹ ਅੱਜ ਦੀ ਹਾਲਾਤ ਜੀ ਇਸ ਤਰ੍ਹਾਂ ਦੀ ਬਣ ਗਈ ਆ ਕਿ ਭਾਵੇਂ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਦਲ ਹੋਵੇ, ਸਾਰਿਆਂ ਨੂੰ ਇੱਕ ਉਹਨਾਂ ਇਸ ਮੰਗਾਂ ਨੇ, ਕਿਸਾਨਾਂ ਦੇ ਇੱਕ ਵੱਡੇ ਰੋਸ਼ ਨੇ, ਵਿਦਰੋਹ ਨੇ
ਮੈਂ ਇਹਨੂੰ ਵਿਦਰੋਹ ਕਹੂੰਗਾ। ਐਡੇ ਵੱਡੇ ਪੱਧਰ ਤੇ ਕਿਸਾਨਾਂ ਦਾ ਗੁੱਸਾ ਕਦੀ ਵੀ ਪੰਜਾਬ ਦੇ ਵਿੱਚ ਇਕੱਠਾ ਜੁਆਇੰਟਲੀ ਸਾਰੀਆਂ 24-25 ਯੂਨੀਅਨਾਂ ਸਾਰੀਆਂ ਇਕੱਠੀਆਂ ਲੱਗੀਆਂ ਹੋਈਆਂ, ਇਹ ਦੇਖਣ ਨੂੰ ਨਹੀਂ ਮਿਲਿਆ। ਬਹੁਤ ਸਾਲ ਪਹਿਲਾਂ 30-35 ਸਾਲ ਪਹਿਲਾਂ ਤੇ ਜ਼ਰੂਰ ਇੱਕ ਵਾਰੀ ਦੇਖਣ ਨੂੰ ਮਿਲਿਆ ਸੀ। ਹਾਲਾਤ ਇਹ ਬਣ ਗਈ ਆ ਕਿ ਸਾਰੀਆਂ ਪਾਰਟੀਆਂ ਡਰੀਆਂ ਆ ਔਰ ਕਿਸਾਨਾਂ ਦੇ ਪਿੱਛੇ ਲੱਗ ਗਈਆਂ। ਅਕਾਲੀ ਦਲ ਜਿਹੜਾ ਚਿੱਠੀਆਂ ਲਿਆ ਕੇ ਦਿੱਲੀ ਤੋਂ ਇਹ ਦਿਖਾਉਂਦਾ ਸੀਗਾ, ਤੋਮਰ ਤੋਂ, ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਹੈਗੇ, ਕਿ ਆਹ ਦੇਖੋ ਇਹਦੇ 'ਚ ਤੇ ਲਿਖਿਆ ਅਸੀਂ MSP ਖਤਮ ਨਹੀਂ ਕਰ ਰਹੇ, ਅਸੀਂ ਖਰੀਦਾਂਗੇ, ਤੁਸੀਂ ਡਰੋ ਨਾ, ਇਹ ਬਿਲਕੁਲ ਕਾਨੂੰਨ ਠੀਕ ਹੈ। ਅਖੀਰ 'ਚ ਉਹਨਾਂ ਨੂੰ ਵੀ ਇਸ ਗੱਲ ਤੇ ਆ ਗਿਆ ਕਿ ਇਹ ਕਾਨੂੰਨ ਗਲਤ ਆ ਔਰ ਪਾਰਲੀਮੈਂਟ ਦੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿਰੁੱਧ ਉਹਨਾਂ ਨੇ ਪਾਰਲੀਮੈਂਟ 'ਚ ਆਪਣਾ ਭੁਗਤੇ ਆ, ਉਹਦੇ ਵਿਰੁੱਧ ਵੋਟ ਪਾਈ ਆ। ਤੇ ਅੱਜ ਵੀ ਉਹਨਾਂ ਨੇ ਆਲਰੇਡੀ ਵਿਪ ਜਾਰੀ ਕਰ ਦਿੱਤੀ ਹੈ ਕਿ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੇ ਕਹਿਤਾ ਕਿ ਅਸੀਂ ਇਹਦੇ ਵਿਰੁੱਧ ਜਾਵਾਂਗੇ ਤੇ ਲੋਕ ਸਭਾ ਦੇ ਵਿੱਚ ਵੀ ਅਸੀਂ ਇਹਦੇ ਵਿਰੁੱਧ ਵੋਟਿੰਗ ਕਰਾਂਗੇ। ਇਹਦਾ ਮਤਲਬ ਇਹ ਹੈਗਾ ਕਿ ਭਾਵੇਂ ਉਹ ਰੂਲਿੰਗ ਕਾਂਗਰਸ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਹੋਵੇ ਜਾਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਉਹਨਾਂ ਦੇ ਅਲੱਗ-ਅਲੱਗ ਜਿਹੜੇ ਫੈਕਸ਼ਨਸ ਹੈ, ਇੱਕ ਗੱਲ ਬੜੀ ਸਾਫ਼ ਆ ਕਿ ਜਿਵੇਂ ਸਾਰੀ ਕਿਸਾਨੀ ਇਸ ਮੁੱਦੇ ਤੇ ਇਕੱਠੀ ਆ, ਉਂਝ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਇਹਦੇ ਤੇ ਮਜਬੂਰਨ ਕਹੋ ਜਾਂ ਆਪਣੀ ਆਉਣ ਵਾਲੀ ਰਾਜਨੀਤੀ ਲਈ ਕਹੋ, 2022 ਦੀਆਂ ਚੋਣਾਂ ਕਰਕੇ ਕਹੋ, ਉਹ ਵੀ ਇਸ ਗੱਲ ਦੇ ਲਈ ਬਜ਼ਿੱਦ ਹੋ ਗਿਆ ਕਿ ਇਹ ਜਿਹੜੇ ਕਾਨੂੰਨ ਆ ਇਹ ਸਾਡੇ ਲਈ ਬੜੇ ਘਾਤਕ ਹੈਗੇ ਆ। ਨਾਲ ਹੀ ਨਾਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਬੜੀ ਇੱਕ ਧਮਕੀ ਭਰੇ ਲਹਿਜੇ ਨਾਲ ਕਹੀ ਆ, ਉਹ ਗਵਰਨਰ ਨੂੰ ਮਿਲੇ ਆ, ਹੋਰ ਗੱਲਾਂ ਕੀਤੀਆਂ, ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ, ਸਾਰਾ ਕੁਝ ਕੀਤਾ। ਉਹਦੇ ਨਾਲ ਉਹਨਾਂ ਨੇ ਕਿਹਾ, ਕਈ ਵਾਰੀ ਕਹਿ ਚੁੱਕੇ ਆ, ਦੂਜੀ ਤੀਜੀ ਵਾਰੀ ਬਿਆਨ ਆ ਗਿਆ ਕਿ ਇਹ ਦੇਖੋ ਜਿਹੜੀ ਸੂਬੇ ਦੀ ਸਟੇਟ ਹੈਗੀ ਆ, ਜਿਹੜਾ ਸੂਬਾ ਸਾਡਾ ਜਿਹੜਾ ਪੰਜਾਬ ਸੂਬਾ, ਇਹ ਬਾਰਡਰ ਦੀ ਸਟੇਟ ਹੈਗੀ ਆ, ਪਾਕਿਸਤਾਨ ਨਾਲ ਲੱਗਦਾ। ਇਹ ਵੈਸੇ ਵੀ ਕਦੀ ਨਾ ਕਦੀ ਕੋਈ ਨਾ ਕੋਈ ਕੁਛ ਤੇ ਲੋਕ ਇੱਥੇ ਦੇ ਮਿਲੀਟੈਂਟ ਆ, ਡਰਨ ਵਾਲੇ ਨਹੀਂ ਗੇ ਹੈਗੇ, ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਆ, ਮਿਹਨਤੀ ਲੋਕ ਆ। ਜੇ ਉਹਨਾਂ ਨਾਲ ਧੱਕਾ ਕਰੋਗੇ ਤੇ ਉਹ ਬਰਦਾਸ਼ਤ ਨਹੀਂ ਕਰਨਗੇ। ਇੱਕ ਤੇ ਇਹ ਉਹਨਾਂ ਨੇ ਕਿਹਾ, ਦੂਜਾ ਉਹਨਾਂ ਨੇ ਕਿਹਾ ਕਿ ਇਹ ਸੈਂਸਿਟਿਵ ਸਟੇਟ ਹੈਗੀ ਆ, ਥੋੜੇ ਜਿਹੇ ਲੋ ਤੁਸੀਂ ਇੰਨੀ ਧਾਂਦਲੀ ਨਾ ਕਰੋ। ਤੇ ਇਹ ਉਹਨਾਂ ਨੇ ਬਾਰ-ਬਾਰ ਸੌਟ ਆਫ ਧਮਕੀ ਹੀ ਦਿੱਤੀ ਹੈ ਸੈਂਟਰ ਨੂੰ ਕਿ ਫਿਰ ਜੇ ਤੁਸੀਂ ਇਸ ਦਾ ਦਬਾਅ ਪਾਉਂਦੇ ਰਹੇ ਤੇ ਮੇਰੇ ਵੱਸੋਂ ਬਾਹਰ ਗੱਲ ਹੈ, ਮੈਨੂੰ ਨਾ ਕਿਉਂ ਜੇ ਲੋਕਾਂ ਨੇ ਬਗਾਵਤ ਕਰਤੀ ਤੇ ਉਹ ਆਪਣਾ ਹੁਣੇ ਹੀ ਜਿਹੜਾ ਰਸਤਾ ਸਾਫ਼ ਕਰ ਰਹੇ ਆ। ਦੂਜੇ ਪਾਸੇ ਅਕਾਲੀ ਦਲ ਨੇ ਵੀ ਕਿਹਾ ਕਿ ਸਾਡਾ ਇਹ ਧਰਮ ਆ, ਅਸੀਂ ਕਿਸਾਨੀ ਬੇਸਡ ਪਾਰਟੀ ਆ, ਜੋ ਕੁਝ ਹੋ ਗਿਆ ਉਹਨੂੰ ਭੁੱਲ ਜਾਓ, ਅੱਗੇ ਤੋਂ ਅਸੀਂ ਡਟ ਕੇ ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿਰੁੱਧ ਖੜੇ ਆ। ਮੈਨੂੰ ਇਹ ਗੱਲਾਂ ਸੁਣ ਕੇ ਠੀਕ ਲੱਗਦਾ, ਚੰਗਾ ਲੱਗਦਾ। ਹਾਂਜੀ ਬਿਲਕੁਲ। ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਕਿਸਾਨੀ ਦੀ, ਮਾੜੇ ਹਾਲ ਕਹਿੰਦੇ ਨੇ ਕਿ ਜੀ ਮਹਾਰਾਸ਼ਟਰ ਦੇ ਅਤੇ ਈਸਟਰਨ ਯੂਪੀ ਦੇ ਵੀ ਅਜਿਹੇ ਮਾੜੇ ਹਾਲਾਤ ਨੇ ਜਿਸ ਨੂੰ ਵੇਖਣਾ ਬੇहद ਜ਼ਰੂਰੀ ਬਣ ਜਾਂਦਾ ਤੇ ਇਸੇ ਕਰਕੇ ਕਿਸਾਨ ਜਥੇਬੰਦੀਆਂ ਇੱਕ ਹੋ ਰਹੀਆਂ ਨੇ। ਜੇਕਰ ਕੇਂਦਰ ਸਾਰੇ ਕਾਨੂੰਨ ਪਾਸ ਕਰ ਦਿੰਦੀ ਹੈ, ਕਿਸਾਨਾਂ ਦੇ ਹੱਥ ਵਾਸਤੇ ਕੀ ਬਚ ਜਾਂਦਾ ਹੈ? ਉਹ ਅੱਗੇ ਕੀ ਕੁਝ ਕਰ ਪਾਣਗੇ ਜਾਂ ਨਹੀਂ, ਜਾਂ ਕੇਂਦਰ ਦਾ ਸ਼ਿਕਾਰ ਹੋ ਜਾਣਗੇ? ਖੇਤੀ ਬਾਰੇ ਅਮਨ ਜੀ ਇੱਕ ਸਾਨੂੰ ਸਾਰਿਆਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈਗੀ ਕਿ ਦੁਨੀਆ 'ਚ ਭਾਵੇਂ ਤੁਹਾਡਾ ਫਾਰਮ ਦਾ ਸਾਈਜ਼ 10,000 ਏਕੜ ਦਾ ਹੋਵੇ, 10,000 ਹੈਕਟੇਅਰ ਦਾ ਹੋਵੇ, ਭਾਵੇਂ ਉਹ 10 ਏਕੜ ਦਾ ਹੋਵੇ, ਉਹ ਸਾਰੀ ਜਗ੍ਹਾ ਦੁਨੀਆ 'ਚ ਖੇਤੀ ਬਿਨਾਂ ਸਰਕਾਰ ਦੀ ਸਪੋਰਟ ਤੋਂ, ਜਾਣੀ ਇੰਝ ਕਹਿ ਲਓ ਬਿਨਾਂ ਸਬਸਿਡੀ ਤੋਂ, ਬਿਨਾਂ ਰਾਹਤ ਤੋਂ ਨਹੀਂ ਚੱਲ ਸਕਦੀ। ਔਰ ਰਾਹਤ ਦਾ ਕੁਆਂਟਮ ਈਵਨ ਅਮਰੀਕਨਾਂ ਦੇ ਜਿਹੜੇ ਫਾਰਮਰ ਆ, ਮੈਂ ਆਪ ਪੜ੍ਹਦਾ ਰਿਹਾ ਆ, 30 ਸਾਲ ਪਹਿਲਾਂ ਵੀ 200%, 300% ਤੱਕ ਰਾਹਤ ਦੇਣੀ ਪੈਂਦੀ ਹੈ। ਜਾਣੀ ਜਿਹੜੀ ਜਿਸ ਦਾ ਖੇਤੀ ਦਾ ਕੀਮਤ ਮਾਰਕੀਟ ਦੇ ਵਿੱਚ $100 ਮੰਨ ਲਓ, ਉਸ ਨੂੰ ਉਹ 200, 300 ਡਾਲਰ ਫਾਰਮਰ ਨੂੰ ਦਿੰਦੇ ਸੀ। ਇੰਡੀਆ ਨਾਲ ਕੰਪਨਸੇਟ ਕਰਨਾ ਪੈਂਦਾ ਕਿਉਂਕਿ ਨਹੀਂ ਤਾਂ ਬਚ ਹੀ ਨਹੀਂ ਸਕਦੇ। ਜੇ ਏਡੇ ਵੱਡੇ ਫਾਰਮਰ ਆ ਉਹ ਵੀ ਮਾਰਕੀਟ ਦੀ, ਓਪਨ ਮਾਰਕੀਟ ਦੀ ਜਿਹੜੀ ਗਲੋਬਲ ਮਾਰਕੀਟ ਹੈਗੀ ਆ, ਉਹਦੀ ਮਾਰ ਨਹੀਂ ਚੱਲ ਸਕਦੇ, ਤਾਂ ਫਿਰ ਸਾਡੇ ਤੇ ਵਿਚਾਰੇ ਹੈ ਹੀ 85% ਸਾਡੇ ਕਿਸਾਨ ਹੈ ਹੀ 5 ਏਕੜ ਤੋਂ ਥੱਲੇ ਵਾਲੇ ਆ, ਉਹਨਾਂ ਦਾ ਕੀ ਬਣੂਗਾ? ਉਹ ਤੇ ਰੁਲ ਜਾਣਗੇ, 2-3 ਸਾਲਾਂ 'ਚ ਰੁਲ ਜਾਣਗੇ। ਇਸ ਲਈ ਜੇ ਕੋਈ ਐਡੀ ਵੱਡੀ ਗਿਣਤੀ 'ਚ ਰੋਸ਼ ਤੇ ਰੋਹ ਪੈਦਾ ਹੋਇਆ ਪੰਜਾਬ ਦੇ ਵਿੱਚ, ਪੁਲ ਰੋਕੇ ਹੋਏ ਸੀ, ਅੱਜ ਉਹਨਾਂ ਨੂੰ ਉਠਾਉਣਾ ਪਿਆ ਕਿਉਂਕਿ ਹਾਈ ਕੋਰਟ ਉਹਦੇ ਵਿੱਚ ਸ਼ਾਮਲ ਹੋ ਗਈ। ਉਹਨਾਂ ਨੇ ਕਿਹਾ ਦਫਾ 44 ਲੱਗੀ ਆ, ਲੋਕ ਦੁਖੀ ਹੋ ਰਹੇ ਆ, ਇਹ ਪੁਲਾਂ ਤੋਂ ਤੁਸੀਂ ਬਜਾਰੇ ਉਠਾਓ। 4 ਦਿਨ ਪੁਲ ਬੰਦ ਰੱਖਿਆ, ਹੁਣ 25 ਜਗ੍ਹਾ ਦੇ ਉੱਤੇ ਸੜਕਾਂ ਬੰਦ ਹੋਈਆਂ ਸੀ, ਪੱਕੇ ਮੋਰਚੇ ਲੱਗੇ ਆ, ਲੰਬੀ 'ਚ ਮੋਰਚਾ ਲੱਗਾ, ਪਟਿਆਲੇ 'ਚ ਮੋਰਚਾ ਲੱਗਾ, ਜਾਣੀ ਚਾਰੇ ਪਾਸੇ ਤੁਹਾਨੂੰ ਕਿਸਾਨ ਹੀ ਕਿਸਾਨ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਰੋਸ਼ ਕਰਦੇ ਨਜ਼ਰ ਆ ਰਿਹਾ ਕਿ ਇਹ ਜਿਵੇਂ ਕਿਤੇ ਕਿਸੇ ਵਿਦੇਸ਼ੀ ਤਾਕਤ ਨੇ ਪੰਜਾਬ ਦੇ ਉੱਤੇ ਹਮਲਾ ਕਰ ਦਿੱਤਾ ਹੋਵੇ। ਇਸ ਕਿਸਮ ਦਾ ਪੰਜਾਬ ਦੇ ਅੰਦਰ ਇਸ ਵੇਲੇ ਮਾਹੌਲ ਸਿਰਜਿਆ ਗਿਆ ਹੋਇਆ ਤੇ ਕੁਦਰਤੀ ਹੈ ਕਿ ਜੇ ਸਰਕਾਰ ਇਹੋ ਜਿਹੇ ਕਾਨੂੰਨਾਂ ਨੂੰ ਨਹੀਂ, ਉਹਨੂੰ ਸਸਪੈਂਡ ਨਹੀਂ ਕਰਦੀ, ਉਹਨੂੰ ਟਾਲਦੀ ਨਹੀਂ, ਤਾਂ ਪੰਜਾਬ ਦੇ ਘੱਟੋ ਘੱਟ ਜਿਹੜੇ ਕਿਸਾਨ ਆ
ਉਹ ਆਉਣ ਵਾਲੇ 2-4 ਸਾਲਾਂ ਦੇ ਅੰਦਰ ਜੋ ਅੱਗੇ ਹੀ ਜਿਨ੍ਹਾਂ ਦੇ ਸਿਰ ਤੇ ਉੱਤੇ 80 ਤੋਂ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਆ ਉਹ ਬਾਹਰ ਹੋ ਜਾਣਗੇ, ਖੇਤੀ ਤੋਂ ਬਾਹਰ ਹੋ ਜਾਣਗੇ। ਨੌਜਵਾਨਾਂ ਦਾ ਪਹਿਲਾਂ ਹੀ ਕੋਈ ਭਵਿੱਖ ਨਹੀਂ, ਸਾਡੀ ਐਜੂਕੇਸ਼ਨ ਦੀ ਕੁਆਲਿਟੀ ਬੜੀ ਪੂਅਰ ਹੈ, ਹੈਲਥ ਦਾ ਕੋਈ ਸਿਸਟਮ ਨਹੀਂ ਹੈਗਾ। ਤਾਂ ਫਿਰ ਇੱਥੇ ਜੇ ਇਹੋ ਹੀ ਕੁਝ ਹੋਣਾ ਤੇ ਕੌਣ ਇੱਥੇ ਰਹਿਣਾ ਪਸੰਦ ਕਰੂਗਾ? ਉਹ ਕਿਤੇ ਵੀ ਹੋਰ ਇਸ ਨੂੰ ਛੱਡ ਕੇ ਚਲੇ ਜਾਣਗੇ। ਇਹ ਜਿਹੜਾ ਆ ਇੱਥੇ ਦਾ ਆਲਮ ਜਿਹੜਾ ਬਣ ਰਿਹਾ। ਹਾਂਜੀ, ਜਿਵੇਂ ਕਿਸਾਨ ਦਾ ਪੁੱਤ ਅੱਜ ਕਿਸਾਨ ਅੱਗੇ ਨਹੀਂ ਬਣਨਾ ਚਾਹੁੰਦਾ, ਪੋਲੀਟੀਸ਼ੀਅਨ ਦਾ ਪੁੱਤ ਭਾਵੇਂ ਚਾਹੇ ਕਿ ਮੈਂ ਆਪਣੇ ਬਾਪ ਦੇ ਨਾਲ ਅੱਗੇ ਵਧਾਂ, ਅਜਿਹੀ ਵਿਵਸਥਾ ਦੇ ਵਿੱਚ ਅਜਿਹੇ ਕਾਨੂੰਨ ਕਿਸਾਨਾਂ ਦੇ ਉੱਤੇ ਥੋਪੇ ਜਾ ਰਹੇ ਨੇ। ਇਸ ਤੋਂ ਚੰਗਾ ਹੋ ਸਕਦਾ ਸੀ ਕਿ ਕਿਸਾਨਾਂ ਨੂੰ ਅਜਿਹੇ ਵਿਕਲਪ ਦਿੱਤੇ ਜਾ ਸਕਦੇ ਜਿਸ ਦੇ ਵਿੱਚ ਉਹ ਆਪਣੇ ਕਿਸਾਨੀ ਦੇ ਬਦਲ ਦੀ ਖੋਜ ਕਰ ਸਕਦੇ, ਆਰਗੈਨਿਕ ਫਾਰਮਿੰਗ ਦੇ ਵੱਲ ਕਦਮ ਤੁਰ ਸਕਦੇ। ਉਸ ਦੇ ਵੱਲ ਵੀ ਸਰਕਾਰ ਨੇ ਕੋਸ਼ਿਸ਼ ਕੀਤੀ, ਲੇਕਿਨ ਕਿਸਾਨਾਂ ਨੇ ਆਪਣਾ ਰੁਝਾਨ ਉਸ ਦੇ ਵਿੱਚ ਨਹੀਂ ਲਾਇਆ। ਪੰਜਾਬ ਦਾ ਕਿਸਾਨ ਸਿਰਫ ਤੇ ਸਿਰਫ ਰਵਾਇਤੀ ਗੇੜ ਦੀਆਂ ਫਸਲਾਂ ਦੇ ਵਿੱਚ ਹੀ ਫਸਿਆ ਰਿਹਾ। ਉਸ ਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ? ਨਹੀਂ, ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਮੈਂ BSc ਐਗਰੀਕਲਚਰ ਲੁਧਿਆਣੇ ਤੋਂ ਕੀਤੀ ਹੈ। ਮੈਂ ਖੁਦ ਖੇਤੀ ਹੱਥ ਨਾਲ ਵੀ ਕੀਤੀ ਹੈ। ਮੈਂ ਖੁਦ ਇੱਕ ਕਿਸਾਨ ਦਾ ਬੇਟਾ ਹਾਂ। ਬਚਪਨ ਤੋਂ ਮੈਂ ਖੇਤੀ ਦੇ ਨਾਲ ਜੁੜਿਆ, ਜਦੋਂ ਅਜੇ 5 ਸਾਲ ਦੇ ਸੀ ਉਦੋਂ ਤੋਂ ਖੇਤੀ ਦੇ ਵਿੱਚ ਜੁੜਿਆ। ਮੈਂ ਤੁਹਾਨੂੰ ਆਪਣੇ ਜਾਨੀ ਅਨੁਭਵ ਤੋਂ ਤੇ ਆਪਣੀ ਪੜ੍ਹਾਈ ਤੋਂ ਇਹ ਗੱਲ ਦੱਸ ਦਿਆਂ ਕਿ ਕਿਸਾਨਾਂ ਦਾ, ਵੀਰਾਂ ਦਾ ਕੋਈ ਕਸੂਰ ਨਹੀਂ। ਉਹਨਾਂ ਨੂੰ ਜਿੱਧਰਲੇ ਪਾਸੇ ਵੀ ਐਗਰੀਕਲਚਰ ਯੂਨੀਵਰਸਿਟੀ ਨੇ ਲਾਤਾ ਉਹ ਉਧਰ ਨੂੰ ਲੱਗ ਗਏ। ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇ 'ਚ, ਜਦੋਂ ਮੈਂ ਬਹੁਤ ਛੋਟਾ ਸੀ, ਪਿੰਡ 'ਚ ਸੀ, ਤੇ ਮੇਰੇ ਨਾਨਾ ਬਿਲਕੁਲ ਅਨਪੜ੍ਹ ਸੀ। ਉਹਦੇ ਕੋਲੋਂ ਇਹੀ ਸਰਕਾਰੀ ਅਮਲਾ ਫੈਲਾ ਲੈ ਕੇ ਇੱਕ ਯੂਰੀਆ ਖਾਦ ਲੈ ਕੇ ਆਉਂਦੇ ਸੀ। ਕਹਿੰਦੇ ਇੱਕ ਵਾਰੀ ਤੇ ਪਾ ਕੇ ਦੇਖੋ ਕਿੰਨੀ ਫਸਲ ਹੁੰਦੀ, ਇੱਕ ਵਾਰੀ ਤੇ ਪਾ ਕੇ ਦੇਖੋ। ਉਹ ਬਿਲਕੁਲ ਕਿਸਾਨ ਪਾਉਣਾ ਨਹੀਂ ਸੀ ਚਾਹੁੰਦੇ। ਉਹ ਕਹਿੰਦੇ ਸੀ ਸਾਡੀ ਜ਼ਮੀਨ ਪਹਾੜੇ ਤੇ ਪੈ ਜੂਗੀ। ਮਤਲਬ ਜੇ ਇੱਕ ਵਾਰੀ ਪਾਉਣ ਲੱਗ ਗਏ, ਜਿਵੇਂ ਅਸੀਂ ਇੱਕ ਵਾਰੀ ਕੋਈ ਦਵਾਈ ਖਾਣ ਲੱਗ ਜੇ ਤੇ ਸਾਨੂੰ ਲਗਾਤਾਰ ਖਾਣੀ ਪੈਂਦੀ ਹੈ। ਉਹਨਾਂ ਨੂੰ ਇਹ ਸੀ ਵੀ ਜਦੋਂ ਇੱਕ ਕਿਸਮ ਦਾ ਦਵਾਈ ਤੇ ਲਾ ਦੇਣਾ ਇਹਨਾਂ ਨੇ, ਫਿਰ ਜਦੋਂ ਇੱਕ ਵਾਰੀ ਦਵਾਈ ਤੇ ਲੱਗੀ ਸਾਨੂੰ ਫਿਰ ਪਾਉਣੀ ਪੈਣੀ, ਸਾਡੇ ਖਰਚੇ ਵਧਣਗੇ ਔਰ ਇਹ ਦਵਾਈ ਦਾ ਰੇਟ ਵੱਧਦਾ ਜਾਊ। ਇਹ ਅੱਜ ਤੋਂ ਮੈਂ 60 ਸਾਲ ਪਹਿਲਾਂ ਦੇ ਅਨਪੜ੍ਹ ਲੋਕਾਂ ਦੀ ਸਮਝ ਦੀ ਗੱਲ ਦੱਸ ਰਿਹਾ, ਜਿੱਥੇ ਸਾਡੇ ਪਿੰਡ 'ਚ ਬਿਜਲੀ ਵੀ ਨਹੀਂ ਸੀਗੀ, ਨਾ ਸੜਕ ਸੀ। ਸੜਕ ਤੇ ਹੋਣੀ ਕੀ ਹੈ? ਜੇ ਉਹਨਾਂ ਲੋਕਾਂ ਨੂੰ, ਉਹਨਾਂ ਫਾਰਮਰ ਨੂੰ 60 ਸਾਲ ਪਹਿਲਾਂ ਗ੍ਰੀਨ ਰੈਵੋਲੂਸ਼ਨ ਦੇ ਸ਼ੁਰੂ ਤੋਂ ਵੀ ਪਹਿਲਾਂ ਲੋਕਾਂ ਨੂੰ ਅਕਲ ਇੰਨੀ ਸੀਗੀ, ਤੇ ਤੁਹਾਡਾ ਕੀ ਖਿਆਲ ਉਹ ਅੱਜ ਦੇ ਫਾਰਮਰ ਜਿਹੜੇ ਮੂਰਖ ਆ? ਬਿਲਕੁਲ ਨਹੀਂ ਮੂਰਖ ਹੈਗੇ। ਉਹ ਇੰਨਾ ਪੜ੍ਹੇ ਲਿਖਿਆਂ ਨਾਲੋਂ, ਸਾਇੰਟਿਸਟਾਂ ਨਾਲੋਂ 100 ਗੁਣਾ ਖੇਤੀ ਨੂੰ ਜ਼ਿਆਦਾ ਸਮਝਦੇ ਆ ਔਰ ਵਧੀਆ ਤੋਂ ਵਧੀਆ ਉਹ ਆਪਣੇ ਮਨ ਦੇ ਵਿੱਚ ਅਰਥ ਸ਼ਾਸਤਰੀ ਵੀ ਹੈਗੇ ਆ, ਜੋ ਉਹਨਾਂ ਨੂੰ ਚਾਹੀਦਾ। ਸਵਾਲ ਇਹ ਆ ਕਿ ਉਹਨਾਂ ਦਾ ਜੋ ਵੀ ਉਹ ਪੈਦਾ ਕਰਦੇ ਉਹਨੂੰ ਕੋਈ ਖਰੀਦਦਾ ਨਹੀਂ। ਇੱਥੇ ਇਹਨਾਂ ਨੇ ਕਿਹਾ ਜੀ ਤੁਸੀਂ ਸਨਫਲਾਵਰ ਲਾ ਦਿਓ ਜੀ, ਸਨਫਲਾਵਰ ਲਾ ਦਿਓ, ਸੂਰਜਮੁਖੀ ਦੇ ਲਾ ਦਿਓ, ਲਾਤਾ, ਕਿਸੇ ਨੇ ਖਰੀਦਿਆ ਨਹੀਂ, ਮੰਡੀਆਂ 'ਚ ਰੁਲ ਗਿਆ ਬੰਦ। ਮੱਕੀ ਲਾਓ ਜੀ, ਮੱਕੀ ਲਾਓ, ਐਤਕੀ ਮੱਕੀ ਦਾ ਭਾਅ ਹੀ ਕੋਈ ਨਹੀਂ ਹੈ, ਕੋਈ ਨਹੀਂ ਉਹਨੂੰ ਪੁੱਛਿਆ। ਫਿਰ ਉਹ ਮੱਕੀ ਵੀ ਬੰਦ ਹੋ ਗਈ। ਮੈਂਥਾ ਲਾਓ ਜੀ, ਫਿਰ ਮੈਂਥਾ ਲੱਗਣ ਲੱਗ ਗਿਆ। ਮੈਂਥੇ ਦਾ ਮਤਲਬ ਪੁਦੀਨਾ, ਉਹਦਾ ਤੇਲ ਬਣਾਉਣਾ, ਉਹ ਵੀ ਬੰਦ ਹੋ ਗਿਆ, ਕਿਸੇ ਨੇ ਨਹੀਂ ਗਾਂਹ ਚੁੱਕਿਆ। ਇਸ ਲਈ ਕਿਸਾਨਾਂ ਨੂੰ ਨਾ ਅਸੀਂ ਕਹੀਏ, ਇੱਕ ਗੱਲ ਜ਼ਰੂਰ ਮੰਨੋ ਕਿ ਜਿਹੜਾ ਸਾਡਾ ਕਿਸਾਨ ਆ ਉਹ ਬੜਾ ਮਿਹਨਤੀ ਹੈ। ਜੇ ਇਨਵੈਸਟਮੈਂਟ ਸਰਕਾਰ ਕੈਪੀਟਲ ਇੰਟੈਂਸਿਵ ਐਗਰੀਕਲਚਰ ਕਰਦੇ, ਜਿਵੇਂ ਪੌਲੀ ਹਾਊਸ ਦੇ ਵਿੱਚ ਐਗਰੀਕਲਚਰ ਹੁੰਦੀ ਹੈ, ਉਹਦੇ 'ਚ ਕੁਆਲਿਟੀ ਵੀ ਰਹਿੰਦੀ ਆ, ਉਹਦੇ 'ਚ ਵੈਦਰ ਦਾ ਵੀ ਕੰਟਰੋਲ ਰਹਿੰਦਾ, ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੁੰਦੀ ਹੈ। ਔਰ ਜੇ ਇਹੋ ਜਿਹੀ ਇਨਵੈਸਟਮੈਂਟ ਜੇ ਚਾਈਨਾ ਕਰ ਸਕਦਾ, ਸਾਡੇ ਦੇਸ਼ ਦੇ ਵਿੱਚ ਕੀ ਹੋਇਆ? ਪੰਜਾਬ ਦੀ ਤੇ ਧਰਤੀ ਸੋਨਾ ਉਗਲਣ ਵਾਲੀ ਧਰਤੀ ਆ, ਲੋਕ ਵੀ ਮਿਹਨਤੀ ਆ। ਉਹਨਾਂ ਦਾ ਬੈਕਅਪ ਨਹੀਂ, ਉਹਨਾਂ ਨੂੰ ਮਰਨ ਦਿੱਤਾ ਜਾ ਰਿਹਾ, ਉਹਨਾਂ ਨੂੰ ਆਪਣੀ ਜਾਨੀ ਬਿਨਾਂ ਮੌਤ ਤੋਂ ਮਰਨ ਦਿੱਤਾ ਜਾ ਰਿਹਾ, ਉਹਨਾਂ ਨੂੰ ਧੱਕਿਆ ਜਾ ਰਿਹਾ ਕਿ ਇਹਨਾਂ ਨੂੰ ਅਸੀਂ ਇੱਥੇ ਛੱਡਣਾ ਨਹੀਂ ਖੇਤੀ 'ਚ। ਮੈਂ ਇਸ ਐਟੀਟਿਊਡ ਨੂੰ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ। ਨਹੀਂ ਤੇ ਇੰਨਾ ਹੀ ਫਾਰਮਰਸ ਦਾ ਸਮਾਲ ਫਾਰਮਰਸ ਕੋਆਪਰੇਟਿਵ ਬਣਾਤੇ ਜਾਣ, ਮਾਰਕੀਟਿੰਗ ਕੋਆਪਰੇਟਿਵਸ ਬਣਾਤੇ ਜਾਣ, ਇਸੇ ਤਰੀਕੇ ਨਾਲ ਇਨਪੁੱਟ ਦੇ ਕੋਆਪਰੇਟਿਵਸ ਬਣਾਤੇ ਜਾਣ, ਜਿੱਥੇ ਮਸ਼ੀਨਰੀ ਰੈਸ਼ਨਲਾਈਜ਼ ਯੂਜ਼। ਕੋਈ ਕੀ ਨਹੀਂ ਕੀਤਾ ਜਾ ਸਕਦਾ? ਤੁਸੀਂ ਉਹਨਾਂ ਦੇ ਪਿੱਠ ਦੇ ਪਿੱਛੇ ਖੜੇ ਤੇ ਹੋ, ਤੁਸੀਂ ਉਹਨਾਂ ਦੀ ਮਦਦ ਕਰਨ ਦੀ ਜਗ੍ਹਾ ਅਡਾਨੀ ਅੰਬਾਨੀ ਦੇ ਜਗ੍ਹਾ ਦੇ ਪਿੱਠ ਦੇ ਉੱਤੇ ਖੜੇ ਹੋ ਗਏ ਕਿ ਉਹਨਾਂ ਨੂੰ ਇਹ ਦੇ ਦਿਓ, ਠੇਕਾ ਦੇ ਦਿਓ ਪੰਜਾਬ ਸਾਰੇ ਦਾ। ਜਿਵੇਂ ਚੋਣਾਂ ਦਾ ਅੱਜ ਕੱਲ ਮੈਂ ਤੁਹਾਡੀ ਨੌਲੇਜ ਗੱਲ ਲਿਆ ਦਿਆਂ, ਪੂਰੇ ਦੇ ਪੂਰੇ ਦਾ ਸੂਬੇ ਦਾ ਇੱਕ ਕਾਰਪੋਰੇਟ ਕਢਾਉਣ ਨੂੰ ਠੇਕਾ ਹੋ ਜਾਂਦਾ ਕਿ ਜਿੰਨੇ ਇਹਦੇ ਪੋਸਟਰ ਛਪਣੇ ਆ, ਜਿੰਨੀਆਂ ਫਲੈਕਸਾਂ ਛਪਣੀਆਂ ਆ, ਜਿੰਨਾ ਪੈਟਰੋਲ ਹੋਣਾ ਗੱਡੀਆਂ ਦਾ, ਜਿੰਨਾ ਕੁਝ ਹੋਰ ਖਰਚਾ ਵਰਚਾ ਸਾਰਾ ਕੰਪੇਨ ਦਾ ਹੋਣਾ, ਆ ਤੂੰ ਯੂਪੀ ਲੈ ਲਾ, ਆ ਤੂੰ ਮਹਾਰਾਸ਼ਟਰ ਲੈ ਲਾ, ਠੇਕਾ ਦੇ ਦਿੱਤਾ। ਇਸੇ ਤਰੀਕੇ ਨਾਲ ਸੂਬਿਆਂ ਪ੍ਰਤੀ ਕੱਲੇ ਬੰਦੇ ਨੂੰ 8-10 ਬੰਦਿਆਂ ਨੂੰ, ਕਾਰਪੋਰੇਟਾਂ ਨੂੰ ਸੂਬਿਆਂ ਦਾ ਖੇਤੀ ਦਾ ਠੇਕਾ ਦੇ ਦੇਣਗੇ
ਔਰ ਬਾਕੀ ਸਾਰੇ ਜਿਹੜੇ ਆ ਉਹਨਾਂ ਦੇ ਥੱਲੇ ਲੱਗ ਕੇ ਇੱਕ ਜਾਂ ਤੇ ਮਜ਼ਾਰੇ ਦੇ ਤੌਰ ਤੇ ਟੇਨੈਂਟ ਦੇ ਤੌਰ ਤੇ ਕੰਮ ਕਰਨਗੇ ਜਾਂ ਫਿਰ ਉੱਥੇ ਖੇਤੀਹਾਰ ਮਜ਼ਦੂਰ ਦੇ ਤੌਰ ਤੇ ਕੰਮ ਕਰਨਗੇ। ਇਸ ਕਿਸਮ ਦਾ ਹਮਲਾ ਮੈਂ ਕਹੂੰਗਾ ਕਿਸਾਨੀ ਦਾ ਤੇ ਕਿਸਾਨੀ ਦੇ ਉੱਤੇ ਤੇ ਜਿਹੜੇ ਖੇਤੀ ਦੇ ਉੱਤੇ ਹੋ ਚੁੱਕਾ ਆ। ਇਸੇ ਕਰਕੇ ਮੈਂ ਇਹਨਾਂ ਨੂੰ ਮੂਰਖ ਨਹੀਂ ਮੰਨਦਾ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਸਮਝ ਨਹੀਂ ਆ, ਉਹ ਮੰਨਦੇ ਨਹੀਂ, ਉਹ ਸੁਣਦੇ ਨਹੀਂ, ਬਿਲਕੁਲ ਨਹੀਂ ਇਹ ਗੱਲ। ਤੁਸੀਂ ਝੋਨੇ ਦੀ ਜਗ੍ਹਾ, ਝੋਨਾ ਤੇ ਸਾਡੀ ਖੇਤੀ ਨਹੀਂ ਮੇਰਾ ਵੀਰ, ਝੋਨਾ ਤੇ ਅਸੀਂ ਸਿਰਫ ਮਾੜਾ ਮੋਟਾ ਮਾਰਜਨ ਹੀ ਲਾਉਂਦੇ ਸੀ। ਝੋਨਾ ਕਿੱਥੋਂ ਆਇਆ? ਇਹ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਈ, ਉਹਨਾਂ ਨੇ ਜ਼ਬਰਦਸਤੀ ਕਹਿ ਕੇ ਕਿ ਇਹਨੂੰ ਬੀਜੋ, ਇਹਨੂੰ ਬੀਜੋ। ਜਦੋਂ ਬੀਜਿਆ ਸਾਡਾ ਪਾਣੀ ਖਤਮ ਹੋ ਗਿਆ। 1 ਕਿਲੋ ਝੋਨਾ ਪੈਦਾ ਕਰਨ ਲਈ 4 ਤੋਂ 5,000 ਲੀਟਰ ਪਾਣੀ ਖਰਚ ਆਉਂਦਾ। ਇਹਦਾ ਮਤਲਬ ਕਿ ਇੰਨੀ ਵੱਡਾ ਅਮਾਉਂਟ ਪਾਣੀ ਦਾ ਹਰ ਸਾਲ ਪੰਜਾਬ ਤੋਂ ਅਸੀਂ ਸਾਰੇ ਦੇਸ਼ ਨੂੰ ਭੇਜੀ ਜਾਂਦੇ ਝੋਨੇ ਦੀ ਫਾਰਮ ਦੇ ਵਿੱਚ। ਕਿੰਨਾ, ਔਰ ਸਾਡੇ यानी 75 ਤੋਂ 80% ਬਲੌਕ ਜਿਹੜੇ ਆ ਸਾਡੇ ਉਹ ਡਾਰਕ ਜ਼ੋਨ ਚਲੇ ਗਿਆ। ਡਾਰਕ ਜ਼ੋਨ ਦਾ ਮਤਲਬ ਪਾਣੀ ਸਾਡੇ ਲਗਾਤਾਰ ਥੱਲੇ ਤੁਰਿਆ ਜਾਂਦਾ। ਪੰਜਾਬ ਤੇ ਪਾਣੀ ਦੁੱਖੋਂ ਹੀ ਖਤਮ ਹੋਣ ਵਾਲਾ ਪਹਿਲਾਂ ਹੀ। ਇਸ ਕਰਕੇ ਪੰਜਾਬ ਦੇ ਜਿਹੜੇ ਦੁੱਖੜੇ ਆ ਉਹ ਮੈਂ ਬਹੁਤੇ ਇੱਥੇ ਨਹੀਂ ਡਿਪਰੈਸਿੰਗ ਲੱਗਦਾ ਨਹੀਂ ਕਹੂੰਗਾ, ਪਰ ਜੋ ਅੱਜ ਦੇ ਕਾਨੂੰਨ 3 ਲੈ ਕੇ ਆ ਰਹੇ ਆ ਇਹ ਬਹੁਤ ਘਾਤਕ ਆ। ਔਰ ਜੇ ਜ਼ਬਰਦਸਤੀ ਸੂਬਿਆਂ ਦੀਆਂ ਆਵਾਜ਼ਾਂ ਨਾ ਸੁਣਦੇ ਹੋਏ ਫੈਡਰਲ ਢਾਂਚੇ ਦੀ ਜੋ ਇੱਕ ਸਾਡੀ ਇੱਥੇ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਉਸ ਦਾ ਧਿਆਨ ਨਾ ਦਿੰਦੇ ਹੋਏ ਧੱਕੇ ਨਾਲ ਉੱਤੇ ਲੱਦਦੇ ਆ ਤੇ ਇਹਦੇ ਰਾਜਨੀਤਿਕ ਰੈਪਰਕਸ਼ਨ ਬੜੇ ਸੀਰੀਅਸ ਹੋਣਗੇ। ਜੀ, ਫੂਡ ਪ੍ਰੋਸੈਸਿੰਗ ਮੰਤਰੀ ਦੇ ਵੱਲੋਂ 20 ਸਾਲ 2014 ਦੇ ਵਿੱਚ ਇਸ ਉਮੀਦ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਸਵੀਰ ਦਿਖਾਈ ਗਈ ਸੀ ਕਿ ਜੀ ਅਗਲੇ 5 ਸਾਲਾਂ ਦੇ ਵਿੱਚ, ਅਗਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਅਜਿਹੇ ਸਾਧਨ ਹੋਣਗੇ ਜਿਸ ਦੇ ਨਾਲ ਤੁਸੀਂ ਆਪਣੀ ਜੇਬ ਨੂੰ ਪੱਕਾ ਕਰ ਸਕਦੇ ਹੋ, ਪੈਰਾਂ ਦੇ ਉੱਤੇ ਖੜੇ ਹੋ ਸਕਦੇ ਹੋ। ਅੱਜ 7ਵਾਂ ਸਾਲ ਚੱਲ ਰਿਹਾ, ਸਰਕਾਰ ਵੀ ਹੋਈ, ਮੰਤਰੀ ਸਾਹਿਬ ਵੀ ਹੋਈ, ਉੱਥੇ ਹੀ ਆਪਣਾ ਵਿਚਰ ਰਹੇ ਨੇ। ਲੇਕਿਨ ਫੂਡ ਪ੍ਰੋਸੈਸਿੰਗ ਯੂਨਿਟਸ ਜੇਕਰ ਅਸੀਂ ਪੰਜਾਬ ਦੇ ਵਿੱਚ ਵੇਖੀਏ ਉਹਨਾਂ ਨੇ ਵੀ ਕਿਸਾਨਾਂ ਦਾ ਕੁਝ ਸਵਾਰਿਆ ਨਹੀਂ ਤਾਂ ਕਿਸਾਨ ਇੱਕ ਪਾਸੇ ਤਾਂ ਹੁੰਦੇ ਸੋਚ ਨੂੰ ਲੈ ਕੇ ਆਪਣੀ। ਬਿਲਕੁਲ ਠੀਕ ਤੁਸੀਂ ਕਹਿ ਰਹੇ ਆ। ਕੋਈ ਫੂਡ ਪਾਰਕ ਬਣ ਗਈ ਜੀ, ਆਹ ਬਣ ਗਈ ਜੀ, ਉਹ ਬਣ ਗਈ। ਸਾਡੇ ਮੁੱਖ 3 ਫਸਲਾਂ ਪੈਦਾ ਹੁੰਦੀਆਂ, ਜੇ ਉਹਦੀ ਪ੍ਰੋਸੈਸਿੰਗ ਨਹੀਂ ਹੁੰਦੀ ਤਾਂ ਕੋਈ ਫਾਇਦਾ ਨਹੀਂ। ਇੱਕ ਕਣਕ ਆ, ਕਣਕ ਦੀ ਪ੍ਰੋਸੈਸਿੰਗ ਕੀ ਕਰੋਗੇ ਦੱਸੋ? ਇਸ ਤਰ੍ਹਾਂ ਝੋਨਾ ਆ, ਦੂਜੀ ਮੁੱਖ ਫਸਲ ਹੋ ਗਿਆ, ਤੀਜਾ ਸਾਡਾ ਕਾਟਨ ਹੈਗਾ, ਬਾਕੀ ਤੇ ਮਾਈਨਰ ਫਸਲਾਂ। ਗੰਨੇ ਦਾ ਪ੍ਰੋਸੈਸਿੰਗ ਜਿਹੜੀ ਇੱਥੇ ਹੋ ਰਹੀ ਆ ਉਹਦੀ 4-4 ਸਾਲ ਪੇਮੈਂਟ ਨਹੀਂ ਮਿਲਦੀ। ਇਹ ਵੀ ਕਦੀ ਹੁੰਦਾ? ਅੱਜ ਦੀ ਡੇਟ ਦੇ ਵਿੱਚ ਕਿਸਾਨ ਅੱਜ ਆਪਣਾ ਗੰਨਾ ਵੇਚਦੇ ਤੇ ਉਹਨੂੰ 2 ਸਾਲ ਬਾਅਦ 3 ਸਾਲ ਬਾਅਦ ਉਹਦਾ ਗੰਨੇ ਦਾ ਪੈਸਾ ਦਿਓ। ਇਹ ਡੁੱਬ ਕੇ ਨਹੀਂ ਮਰਨਾ ਚਾਹੀਦਾ ਇਹੋ ਜਿਹੀਆਂ ਸਰਕਾਰਾਂ ਨੂੰ। ਫਿਰ ਆਪਾਂ ਕਹਿੰਦੇ ਆ ਕਿਸਾਨ ਸੁਣਦਾ ਨਹੀਂ, ਕਿਸਾਨ ਬਹੁਤ ਸੁਣਦਾ ਮੇਰਾ ਵੀਰ। ਇਹ ਸਰਕਾਰਾਂ ਹੀ ਖਾਸ ਕਰ ਜਿਹੜੀਆਂ ਪ੍ਰਾਈਵੇਟ ਮਿੱਲਾਂ ਆ ਉਹ ਪੋਲੀਟੀਸ਼ੀਅਨਾਂ ਦੀਆਂ ਮਿੱਲਾਂ। ਪੋਲੀਟੀਸ਼ੀਅਨ ਤੇ ਆਪਣੇ ਆਪ ਨੂੰ ਸਮਝਦੇ ਨਹੀਂ, ਉਹ ਤੇ ਸਮਝਦੇ ਕਿ ਅਸੀਂ ਬਾਹਰਲੀ ਧਰਤੀ ਤੋਂ ਆਏ ਆ, ਚੰਦਰਮੇ ਤੋਂ ਆਏ ਆ, ਇਹ ਕਰਨਾ ਤੇ ਲੁੱਟਣਾ, ਫਿਰ ਆਪਾਂ ਚੰਦਰਮੇ ਚਲੇ ਜਾਣਾ। ਉਹ ਤੇ ਆਪਣੇ ਆਪ ਇੱਥੇ ਦਾ ਚਹੇਤਾ ਸਮਝਦੇ ਨਹੀਂ, ਇੱਥੇ ਜ਼ਮੀਨ ਨਾਲ ਜੁੜਿਆ ਸਮਝਦੇ ਨਹੀਂ। ਇਹੀ ਹਾਲਾਤ ਇਹਨਾਂ ਪੋਲੀਟੀਸ਼ੀਅਨਾਂ ਨੇ, ਰਾਜਨੀਤਿਕ ਜਮਾਤ ਨੇ ਲੁੱਟ ਲੁੱਟ ਕੇ ਤੇ ਕੁੱਟ ਕੇ ਇਹੋ ਜਿਹੀ ਬਣਾਤੀ ਹੈ ਕਿ ਜਿਸ ਭੋਗਣੇ ਨੂੰ ਅੱਜ ਅਸੀਂ ਭੁਗਤ ਰਹੇ ਹਾਂ। ਇਹ ਮੈਨੂੰ ਲੱਗਦਾ ਕਿ ਇਹਨਾਂ ਹਾਲਾਤਾਂ ਚੋਂ ਥੋੜੀ ਜੀ ਸਮਝ, ਥੋੜਾ ਜਿਹਾ ਝਟਕਾ ਸਾਡੀਆਂ ਸੂਬਿਆਂ ਦੀਆਂ ਪਾਰਟੀਆਂ ਨੂੰ ਲੱਗਾ, ਪਰ ਉਹ ਕਾਫੀ ਨਹੀਂ, ਹੋਰ ਲੱਗਣਾ ਚਾਹੀਦਾ, ਤਾਂ ਹੀ ਉਹਨਾਂ ਦੀ ਹੋਸ਼ ਠਿਕਾਣੇ ਆਊਗੀ। ਹਾਂਜੀ, ਪੰਜਾਬ ਦੇ ਆਰਥਿਕ ਹਾਲਾਤ ਦੇ ਵਿੱਚ ਭਾਵੇਂ ਵਿਗੜਨ ਭਾਵੇਂ ਸੁਧਰਨ, ਕਿਸਾਨ ਪੱਖੋਂ, ਕਿਸਾਨੀ ਖੇਤਰ ਪੱਖੋਂ ਕਿੰਨਾ ਕੋਈ ਇਫੈਕਟ ਦਿੰਦੇ ਨੇ? ਤੁਹਾਡੇ ਆਪਣੇ ਕੀ ਕੁਝ ਵਿਚਾਰ ਨੇ? ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹੀ ਵੇਖਦਾ ਹਰ ਕੋਈ ਬਾਹਰ ਬੈਠਾ ਪੰਜਾਬੀ ਕਿ ਜੀ ਪੰਜਾਬ ਦਾ ਕਿਸਾਨ ਖੁਸ਼ ਹੈ ਜਾਂ ਨਹੀਂ, ਪੰਜਾਬ ਦੀ ਹੋ ਰਹੀ ਤਰੱਕੀ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਤਰੱਕੀ ਕਿੰਨੀ ਕੁ ਹੋ ਰਹੀ ਹੈ, ਇਹ ਪੰਜਾਬੀ ਬਾਹਰ ਬੈਠਾ ਜਾਣਨਾ ਚਾਹੁੰਦਾ ਹੈ। ਪਿਛਲੇ 2 ਦਹਾਕਿਆਂ ਦੇ ਵਿੱਚ, 3 ਦਹਾਕਿਆਂ ਦੇ ਵਿੱਚ ਤੁਸੀਂ ਇਹ ਬਦਲਾਵ ਕਿਸ ਤਰੀਕੇ ਦਾ ਵੇਖਿਆ? ਦੇਖੋ, ਸਭ ਕੁਝ ਕੀਤਾ ਜਾ ਸਕਦਾ। ਮੈਂ ਤਾਂ ਕਹਿੰਦਾ ਅੱਜ ਦੀ ਤਰੀਕ 'ਚ ਵੀ ਮੈਂ ਫਿਰ ਇਹੋ ਕਹਿਣਾ ਕਿ ਜੇ ਪੋਜ਼ਿਟਿਵਲੀ ਕੁਝ ਕਰਨਾ ਤਾਂ ਮਾਰਜਨਲ ਫਾਰਮਰਸ ਦੇ ਮਾਰਕੀਟਿੰਗ ਕੋਆਪਰੇਟਿਵਸ ਸਬਸਿਡੀਜ਼ ਦੇ ਕੇ ਬਣਾਏ ਜਾਣ, ਉਹਨਾਂ ਦੇ ਬਣ ਜਾਏ, ਉੱਥੇ ਜਿਹੜੇ ਕੋਆਪਰੇਟਿਵ ਦੀ ਜ਼ਿੰਮੇ ਹੋ ਜੇ, ਬੈਂਕਾਂ ਉਹਨਾਂ ਨੂੰ ਕਰਜ਼ੇ ਕੋਆਪਰੇਟਿਵ ਨੂੰ ਦੇਣ, ਸਰਕਾਰ ਉਹਨਾਂ ਦੀ ਮਾਰਕੀਟਿੰਗ ਲਈ ਦੂਰ ਨੇੜੇ ਮਦਦ ਕਰੇ, ਇਹ ਸਾਰਾ ਕੁਝ ਹੋ ਸਕਦਾ। ਪਰ ਜੇ ਸਰਕਾਰ ਇਹ ਸਮਝੇ ਕਿ ਅਸੀਂ ਇਹਨਾਂ ਨੂੰ ਬਚਾਉਣਾ, ਇਹ ਸਾਡੇ ਦੇਸ਼ ਦੇ ਜਿਵੇਂ ਬਾਰਡਰ ਦੇ ਉੱਤੇ ਸਿਪਾਹੀ ਆ, ਇਹ ਸਾਡੇ ਖੇਤੀ ਦੇ ਸਿਪਾਹੀ ਹੈ, ਜੇ ਇਸ ਕਿਸਮ ਦਾ ਉਹਨਾਂ ਦਾ ਆਦਰ ਮਾਣ ਕੀਤਾ ਜਾਏ। ਪਰ ਜੇ ਤੁਸੀਂ ਛੱਡੇ ਹੀ ਉਹਨਾਂ ਨੂੰ ਕਿਤੇ ਹੋਰ ਦੇਣਾ, ਸਗੋਂ ਉਹਨਾਂ ਦੀ ਮਦਦ ਕਰਨ ਦੀ ਜਗ੍ਹਾ ਲੁੱਟ ਖਸੁੱਟ ਸ਼ੁਰੂ ਕਰਨੀ ਆ। ਇਹ ਜਿਹੜੇ ਕਰਜ਼ੇ ਅੱਜ ਐਡੀ ਵੱਡੀ ਪੱਧਰ ਤੇ ਚੜੇ ਆ, ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮਿੱਥ ਕੇ ਕਰਜ਼ੇ ਦਿੱਤੇ ਗਏ ਸੀਗੇ
ਕਿ ਲਿਮਟਾਂ ਵਧਾ ਦਿਓ। ਲਿਮਟਾਂ ਵਧਾਉਣ ਦੇ ਨਾਲ ਕਰਜ਼ੇ ਇੰਨੇ ਵੱਧ ਗਏ, ਪਹਿਲਾਂ 50,000 ਰੁਪਈਆ ਪਰ ਏਕੜ ਤੋਂ ਕਰਜ਼ਾ ਵੱਧਦਾ ਹੀ ਨਹੀਂ ਸੀ, ਫਿਰ 3-3 ਲੱਖ ਬੈਂਕਾਂ ਨੇ ਕਰ ਦਿੱਤਾ। ਉਹ ਕਰਜ਼ੇ ਇੰਨੇ ਲੈ ਲਏ ਕਿ ਉਹ ਹੁਣ ਉਹਨਾਂ ਦਾ ਕਰਜ਼ਾ ਉਤਰਨਾ ਮੁਸ਼ਕਲ ਹੋ ਗਿਆ। ਇਸ ਕਰਕੇ ਇਹ ਸਾਰੀਆਂ ਪਾਲਿਸੀਆਂ ਠੀਕ ਨਹੀਂ ਸੀ। ਅਲਟੀਮੇਟਲੀ ਹੋਣੇ ਆ ਕਿ ਉਹਨਾਂ ਨੂੰ ਇੱਕ ਤੇ ਕਰਜ਼ਾ ਮੁਕਤ ਕੀਤਾ ਜਾਏ ਕਿਸੇ ਵੀ ਤਰੀਕੇ ਨਾਲ। ਜੇ ਤੁਸੀਂ ਬਾਕੀ ਦਿਆਂ ਨੂੰ NPA ਕਰਾਰ ਦਿੰਦੇ ਆ, ਹੈ ਨਾ, ਜਿਹੜਾ ਬਾਕੀ ਕਾਰਪੋਰੇਟ ਘਰਾਣਿਆਂ ਦਾ 2-2, 3-3 ਲੱਖ ਕਰੋੜ ਰੁਪਈਆ ਹਰ ਸਾਲ ਮਾਫ ਕਰਦੇ ਆ, ਕਿ ਤੁਸੀਂ ਇੱਕ ਸਾਲ ਇੱਕ ਵਾਰੀ ਸਾਰੇ ਦੇਸ਼ ਦੀ ਕਿਸਾਨੀ ਦਾ 2-3 ਲੱਖ ਕਰੋੜ ਰੁਪਈਆ, 2 ਲੱਖ ਕਰੋੜ ਰੁਪਈਆ ਮਾਫ ਨਹੀਂ ਕਰ ਸਕਦੇ? ਬਿਲਕੁਲ ਕਰ ਸਕਦੇ, ਪਰ ਉਹ ਪ੍ਰਾਇੋਰਿਟੀ ਨਹੀਂ ਹੈਗੀ। ਜੇ ਉਹ ਕਰ ਦੇਣ ਔਰ ਗਾਂ ਤੋਂ ਉਹਨਾਂ ਨੂੰ ਇੱਕ ਪਾਲਿਸੀ ਦੇ ਤਹਿਤ, ਇੱਕ ਸਕੀਮ ਦੇ ਤਹਿਤ, ਇੱਕ ਸਿਸਟਮ ਦੇ ਤਹਿਤ ਉਹਨਾਂ ਨੂੰ ਕਹਿਣ ਕਿ ਤੁਸੀਂ ਡਟ ਕੇ ਕੰਮ ਕਰੋ, ਅਸੀਂ ਤੁਹਾਡੀ ਕੋਈ ਵੀ ਦਾਣਾ ਕਿਤੇ ਖਰਾਬ ਨਹੀਂ ਹੋਣ ਦਿੰਦੇ, ਭਾਵੇਂ ਉਹ ਫੁੱਲ ਹੋਣ, ਭਾਵੇਂ ਉਹ ਸਬਜ਼ੀਆਂ ਹੋਣ, ਭਾਵੇਂ ਉਹ ਫਰੂਟ ਹੋਣ, ਭਾਵੇਂ ਉਹ ਅਨਾਜ ਹੋਵੇ, ਤੇ ਉਹ ਇੱਕ ਪਾਲਿਸੀ ਬਣਾ ਕੇ ਕੀਤਾ ਜਾਏ। ਫਾਰਮਰ ਸਾਡੇ ਮੰਨਣ ਲਈ ਤਿਆਰ ਆ, ਪਰ ਇੱਧਰ ਨੂੰ ਸਰਕਾਰਾਂ ਚੱਲ ਨਹੀਂ ਰਹੀਆਂ। ਉਲਟਾ ਹੋਰ ਡੰਡਾ ਸਿਰ 'ਚ ਮਾਰਨ ਲਈ ਪਾਰਲੀਮੈਂਟ 'ਚ ਅੱਜ ਤਿਆਰ ਕੀਤਾ ਜਾ ਰਿਹਾ, ਜਿਹਦੇ 'ਚੋਂ ਬਾਹਰ ਆਉਣਾ, ਜਿਹੜੀ ਚੋਟ 'ਚੋਂ ਬਾਹਰ ਆਉਣਾ ਕਿਸਾਨਾਂ ਨੂੰ ਵੀ ਮੁਸ਼ਕਲ ਲੱਗ ਰਿਹਾ, ਤੇ ਮੈਨੂੰ ਵੀ ਕੋਈ ਬਹੁਤਾ ਰਸਤਾ ਦਿਖ ਨਹੀਂ ਰਿਹਾ। ਬਿਲਕੁਲ। ਪ੍ਰੋਫੈਸਰ ਮਨਜੀਤ ਸਿੰਘ ਜੀ, ਇੱਕ ਡੈਸਕ ਤੋਂ ਮੇਰੇ ਕੋਲ ਸਵਾਲ ਆਇਆ ਤੁਹਾਡੇ ਲਈ ਕਿ ਜੀ ਪਾਰਲੀਮੈਂਟ ਤੋਂ ਬਾਅਦ ਕਿਸਾਨਾਂ ਦੇ ਕੋਲ ਕਾਨੂੰਨੀ ਕੋਈ ਰਸਤਾ ਬਚ ਸਕਦਾ ਹੈ, ਜਾਂ ਕਿਸਾਨ ਕੋਈ ਕਾਨੂੰਨੀ ਰਸਤਾ ਅਪਣਾ ਸਕਦੇ ਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਆਪਣੀ ਕਾਰਵਾਈ ਨੂੰ ਅੱਗੇ ਵਧਾਉਣ ਦੇ ਲਈ ਅਦਾਲਤਾਂ ਦਾ ਰੁਖ ਕਰ ਸਕਦੇ ਨੇ? ਇੰਨਾ ਕੁ ਪ੍ਰਾਵਧਾਨ, ਇੰਨਾ ਕੁ ਹੱਕ ਕਿਸਾਨਾਂ ਦਾ ਹੈ? ਬਹੁਤ ਮੁਸ਼ਕਲ ਹੁੰਦਾ। ਸਮੇਧ ਸੈਣੀ ਦਾ ਕੇਸ 29 ਸਾਲ ਤੋਂ ਚੱਲ ਰਿਹਾ, ਤੇ ਪਾਰਲੀਮੈਂਟ ਨੇ ਫਿਰ ਉਹਨੂੰ ਕਹਿਤਾ ਕਿ ਕੋਈ ਲੋੜ ਨਹੀਂ ਹੈਗੀ। ਇਹ ਜਿਹੜੇ ਇੱਥੇ ਤੇ ਸਰਕਾਰ ਆ, ਉਹ ਤੇ ਇੱਕ ਬੰਦਾ ਸੀਗਾ। ਸਰਕਾਰ ਜਿਹੜੀ ਚੀਜ਼ ਨੂੰ ਪਾਰਲੀਮੈਂਟ 'ਚ ਪਾਸ ਕਰ ਦਿੰਦੀ ਆ, ਉਹਨੂੰ ਚੁਣੌਤੀ ਦੇਣੀ ਉਹ ਕਿਸੇ ਐਸ ਬੇਸ ਤੇ ਦਿੱਤੀ ਜਾ ਸਕਦੀ ਆ ਕਿ ਤੁਸੀਂ ਫੈਡਰਲ ਢਾਂਚੇ ਦੇ ਵਿੱਚ ਇੰਟਰਵੈਂਸ਼ਨ ਹੈਗੀ ਆ, ਤੁਸੀਂ ਖੇਤੀ ਨੂੰ ਆਪਣੇ ਇਹੋ ਜਿਹੇ ਕਾਨੂੰਨ ਬਣਾ ਕੇ ਕਿਉਂ ਤਬਾਹ ਕਰ ਸਕਦੇ, ਤੇ ਸੂਬਿਆਂ ਦੀਆਂ ਅਧਿਕਾਰਾਂ ਦੇ ਵਿੱਚ ਐਨਕਰੋਚਮੈਂਟ ਆ, ਇਹੋ ਜਿਹੀ ਤੇ ਚੁਣੌਤੀ ਕੀਤੀ ਜਾ ਸਕਦੀ ਆ, ਜਿਵੇਂ ਕੁਛ ਨਾ ਕੁਛ ਕਾਂਗਰਸ ਦੇ ਲੀਡਰ ਵੀ ਇਸ ਗੱਲ ਦੀ ਮੰਗ ਕਰ ਰਹੇ ਆ। ਪਰ ਮੈਨੂੰ ਨਹੀਂ ਲੱਗਦਾ ਕਿ ਉਹ ਲੰਮੀ ਇੱਕ ਪ੍ਰਕਿਰਿਆ ਦੇ ਵਿੱਚੋਂ ਬਹੁਤਾ ਕੁਛ ਨਿਕਲੂਗਾ। ਉਹ ਗੱਲ ਨੂੰ ਲਮਕਾਉਣ ਵਾਲੀ ਗੱਲ ਹੋ ਜੂਗੀ। ਕੋਰਟਾਂ ਨੇ ਰੋਟੀ ਨਹੀਂ ਦੇਣੀ ਉਹਨਾਂ ਨੂੰ, ਤੇ ਅੱਜ ਰਾਹ ਦੀ ਲੋੜ ਆ। ਕੋਰਟਾਂ ਹੁਣ 20 ਸਾਲ ਫੈਸਲਾ ਕਰਨਗੀਆਂ, ਫਿਰ ਕੌਣ ਕਿੰਨੇ ਕਦੋਂ, ਕੌਣ ਉਦੋਂ ਤੱਕ ਜਿੰਦਾ ਰਹਿੰਦਾ, ਕੌਣ ਨਹੀਂ ਰਹਿੰਦਾ, ਵੇਖਣ ਵਾਲੀ ਤੇ ਗੱਲ ਇਹ ਹੈ। ਬਿਲਕੁਲ ਜੀ, ਬਿਲਕੁਲ। ਧੰਨਵਾਦ ਪ੍ਰੋਫੈਸਰ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ, ਅਕਾਲ ਚੈਨਲ ਦੇ ਦਰਸ਼ਕਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਆਸ ਅਸੀਂ ਇਹੀ ਕਰਦੇ ਹਾਂ ਕਿ ਪੰਜਾਬ ਦਾ ਕਿਸਾਨ ਆਪ ਸਮਰੱਥ ਇੰਨਾ ਕੁ ਹੋਏ ਕਿ ਆਪਣੀ ਤਰੱਕੀ ਦੇ ਵੱਲ ਆਪਣੇ ਕਦਮ ਖੁਦ ਤੋਰੇ। ਸਰਕਾਰਾਂ ਦੇ ਉੱਤੇ ਨਿਰਭਰਤਾ ਰਹਿਣਾ ਹੀ ਪਵੇਗਾ, ਜਿਵੇਂ ਕਿ ਤੁਸੀਂ ਦੱਸਿਆ ਕਿ ਐਗਰੀਕਲਚਰ ਢਾਂਚਾ ਬਿਨਾਂ ਸਰਕਾਰਾਂ ਦੀ ਸਬਸਿਡੀ ਦੇ ਬਿਨਾਂ ਨਹੀਂ ਚੱਲ ਸਕਦਾ। ਅੱਜ ਰਜ਼ਾਮੰਦੀਆਂ ਦਾ ਦੌਰ ਹੈ, ਕੱਲ ਬਗਾਵਤ ਦਾ ਦੌਰ ਮੁੜ ਤੋਂ ਆਏਗਾ ਹੀ। ਰੈਵੋਲੂਸ਼ਨ ਦੇ ਲਈ ਅਸੀਂ ਉਡੀਕ ਕਰ ਹੀ ਰਹੇ ਹਾਂ, ਇਹ ਰੈਵੋਲੂਸ਼ਨ ਦਾ ਹੀ ਇਸ ਵੇਲੇ ਦੌਰ ਹੈ। ਧੰਨਵਾਦ ਇੱਕ ਵਾਰ ਫਿਰ ਤੋਂ ਕਰਦੇ ਹਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੇ ਹੈ ਅਸਲ ਵਿਕਾਸ? ਖਾਲੀ ਖਜ਼ਾਨੇ ਜਾਂ ਸਿਰਫ ਮਜ਼ਾਕ? ਵਾਅਦਿਆਂ ਦੀ ਨਹੀਂ, ਆંકੜਿਆਂ ਦੀ ਕਰਾਂਗੇ ਪੜਚੋਲ। ਗਿਣਤੀ ਅਤੇ ਗਿਆਨ ਦੇ ਨਾਲ ਜਾਣੋ ਅਸਲ ਪੰਜਾਬ। ਪ੍ਰੋਗਰਾਮ ਆਰਥਿਕ ਹਾਲਾਤ।